ਨਮਸਕਾਰ ਅਦਾ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚ। ਮੈਂ ਹਾਂ ਜਸਪ੍ਰੀਤ ਸਿੰਘ। ਅੱਜ ਆਪਣੀ CDP ਦੀ ਜਿਹੜੀ 5th ਕਲਾਸ ਹੈ ਉਸ ਨੂੰ ਆਪਾਂ ਜਿਹੜਾ ਹੈਗਾ ਸ਼ੁਰੂਆਤ ਕਰਨ ਲੱਗੇ ਹਾਂ। ਤਾਂ ਉਹਦੇ ਵਿੱਚ ਜਿਹੜਾ ਚੈਪਟਰ ਹੈ ਉਹ ਰਹੇਗਾ ਜੀ NCB ਨੈਸ਼ਨਲ ਚਿਲਡਰਨ ਬੋਰਡ। ਤਾਂ ਇਸ ਨੂੰ ਆਪਾਂ ਜਿਹੜਾ ਹੈਗਾ ਡਿਸਕਸ ਕਰਨਾ ਅੱਜ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਵੱਧ ਤੋਂ ਵੱਧ ਜਿਹੜਾ ਹੈਗਾ ਤੁਹਾਡੇ ਸੁਝਾਅ ਜ਼ਰੂਰ ਦੇ ਦਿਆ ਕਰੋ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਵੀ ਜਿਹੜਾ ਹੈਗਾ ਕਮੈਂਟ ਜ਼ਰੂਰ ਕਰਨਾ ਤੁਸੀਂ। ਜੇ ਤੁਹਾਨੂੰ ਕੁਛ ਨਾ ਕੁਛ ਜਿਹੜੀਆਂ ਹੈਗੀਆਂ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਨੇ ਤਾਂ ਉਹ ਵੀ ਜਿਹੜਾ ਸਾਨੂੰ ਜਿਹੜਾ ਹੈਗਾ ਮੈਸੇਜ ਜਿਹੜਾ ਹੈਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਠੀਕ ਹੈ ਜੀ। ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਇੱਕ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਜਿਹੜੇ ਐਨਟੀਟੀ ਦਾ ਪੇਪਰ ਹੈ, ਠੀਕ ਹੈ ਜੀ, ਐਨਟੀਟੀ ਦਾ ਜਿਹੜਾ ਪੇਪਰ ਹੈ ਉਹ ਬੋਰਡ ਦੁਆਰਾ, ਠੀਕ ਹੈ ਜੀ, ਬੋਰਡ ਦੁਆਰਾ 20 ਨਵੰਬਰ ਤੱਕ ਜਿਹੜਾ ਹੈਗਾ ਉਹ ਲਿਆ ਜਾਵੇਗਾ। 20 ਨਵੰਬਰ ਤੱਕ ਡੇਟ ਕਨਫਰਮ ਹੋ ਚੁੱਕੀ ਹੈ ਜੀ। ਜਿਹੜਾ ਹੈਗਾ ਤੁਹਾਡਾ ਪੇਪਰ ਕੰਪਲੀਟ ਕਰਵਾ ਦਿੱਤਾ ਜਾਵੇਗਾ। ਅਤੇ ਪਿਛਲਾ ਪੇਪਰ ਦੇਖੋ, ਕੱਲ੍ਹ ਇੱਕ ਪੇਪਰ ਹੋਇਆ ਸੀਗਾ ETT ਦਾ, ਤਾਂ ਆਪਣੇ ਜਿਹੜੇ ਪੰਜਾਬ GK ਦੇ ਜਾਂ ਪੰਜਾਬੀ ਮੈਂ ਤੁਹਾਨੂੰ ਜਿਹੜੀ ਕਰਵਾਈ ਸੀ, ਠੀਕ ਹੈ, ਆਪਣੇ ਚੈਨਲ ਦੇ ਉੱਪਰ ਵੀਡੀਓ ਵੀ ਉਹਨਾਂ ਦੀਆਂ ਅਪਲੋਡਡ ਹੋਈਆਂ ਨੇ। ਤਾਂ ਕਾਫੀ ਸਾਰੇ ਕੁਐਸਚਨ ਜਿਹੜੇ ਹੈਗੇ ਆ, ਲਗਭਗ ਸਾਰੇ ਕੁਐਸਚਨ ਜਿਹੜੇ ਹੈਗੇ ਆ ਆਪਣੇ ਜਿਹੜੇ ਹੈਗੇ ਆ ਕਰਵਾਏ ਹੋਏ ਸੀ ਆਪਾਂ। ਜਿਹੜਾ ਇੱਕ ਮੈਂ ਆਫਲਾਈਨ ਜਿਹੜੀਆਂ ਸਾਡੀਆਂ ਆਨਲਾਈਨ ਕਲਾਸਾਂ ਚੱਲਦੀਆਂ ਨੇ ਐਪ ਦੇ ਉੱਪਰ, ਤਾਂ ਉਹਦੇ ਵਿੱਚ ਲਗਭਗ ਸਾਰੇ ਜਿਹੜੇ ਹੈਗੇ ਆ ਕੁਐਸਚਨ ਜਿਹੜੇ ਹੈਗੇ ਆ ਉਹਦੇ ਵਿੱਚ ਆਏ ਹੋਏ ਸੀਗੇ। ਤਾਂ ਵੱਧ ਤੋਂ ਵੱਧ ਜਿਹੜਾ ਹੈਗਾ ਵੀਡੀਓ ਨੂੰ ਜ਼ਰੂਰ ਦੇਖਿਓ ਤਾਂ ਜੋ ਆਉਣ ਵਾਲਾ NTT ਦਾ ਐਗਜ਼ਾਮ ਹੈ, ਠੀਕ ਹੈ, NTT ਦੇ ਐਗਜ਼ਾਮ ਦੇ ਵਿੱਚ ਵਧੀਆ ਤੋਂ ਵਧੀਆ ਨੰਬਰ ਤੁਸੀਂ ਲੈ ਕੇ ਜਿਹੜੇ ਹੈਗਾ ਪੇਪਰ ਨੂੰ ਕਰੈਕ ਕਰ ਸਕੋ। ਤਾਂ ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਤਾਂ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਸੀ ਸਰਕਾਰੀ ਸੰਸਥਾਵਾਂ ਕਿਹੜੀਆਂ ਹੁੰਦੀਆਂ ਨੇ। ਸਰਕਾਰੀ ਗੌਰਮੈਂਟ ਆਰਗੇਨਾਈਜੇਸ਼ਨ ਆਪਾਂ ਜਿਹੜਾ ਹੈਗਾ ਕਰ ਰਹੇ ਸੀਗੇ। ਤਾਂ ਗੌਰਮੈਂਟ ਆਰਗੇਨਾਈਜੇਸ਼ਨ ਨੂੰ ਹੀ ਸ਼ੁਰੂਆਤ ਆਪਾਂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਆਪਾਂ ਕੀਤੀ ਸੀ NCERT ਜਿਹੜੀ ਹੈਗੀ ਹੈ ਉਹਦਾ 4 ਜਿਹੜੇ ਹੈਗੇ ਆ ਇੰਡੀਆ ਦੇ ਵਿੱਚ 4 ਰਾਜਾਂ ਦੇ ਵਿੱਚ ਉਹਨਾਂ ਦਾ ਮੇਨ ਦਫ਼ਤਰ ਬਣਾਇਆ ਹੋਇਆ। 4 ਕਿਹੜੇ ਰਾਜਾਂ ਸੀਗੇ ਉਹ ਵੀ ਮੈਂ ਤੁਹਾਨੂੰ ਦੱਸਿਆ ਸੀ। ਮਸੂਰ ਸੀਗਾ, ਵਡੋਦਰਾ ਸੀਗਾ, ਉਹ ਸਾਰੀਆਂ ਚੀਜ਼ਾਂ ਜਿਹੜਾ ਹੈਗਾ ਭੁਵਨੇਸ਼ਵਰ ਸੀਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਲਿਖਾਈਆਂ ਹੋਈਆਂ ਨੇ, ਦੱਸੀਆਂ ਹੋਈਆਂ ਨੇ। ਤਾਂ ਅੱਜ ਸੈਕੰਡ ਜਿਹੜੀ ਸੰਸਥਾ ਆਪਣੀ ਹੈਗੀ ਹੈ ਤਾਂ ਉਹਦਾ ਨਾਮ ਹੈ ਜੀ, ਉਹਦਾ ਨਾਮ ਹੈ ਨੈਸ਼ਨਲ ਚਿਲਡਰਨ ਬੋਰਡ, ਜੋ ਕਿ 1974 ਦੇ ਵਿੱਚ ਬਣੀ ਸੀ। ਤਾਂ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤਾਂ ਜਿਹੜੀ ਇਹ ਸੰਸਥਾ ਸੀ, ਇਸ ਸੰਸਥਾ ਦੇ ਮੁੱਖ ਚੇਅਰਮੈਨ ਕੌਣ ਸੀਗੇ? ਤਾਂ ਇਸ ਸੰਸਥਾ ਦੇ ਜਿਹੜੇ ਮੁੱਖ ਚੇਅਰਮੈਨ ਸੀਗੇ ਉਹ ਪ੍ਰਧਾਨ ਮੰਤਰੀ ਖੁਦ ਹੁੰਦਾ ਜੀ। ਇਸ ਬੋਰਡ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਕੌਣ ਹੁੰਦਾ ਹੈਗਾ? ਪ੍ਰਧਾਨ ਮੰਤਰੀ ਦੁਆਰਾ ਇਸ ਬੋਰਡ ਦਾ ਜਿਹੜਾ ਹੈਗਾ ਚੇਅਰਮੈਨ ਨਿਯੁਕਤ ਕੀਤਾ ਜਾਂਦਾ। ਜਦ ਨਿਯੁਕਤ ਜਿਹੜਾ ਹੁੰਦਾ ਹੈਗਾ ਉਹ ਪ੍ਰਧਾਨ ਮੰਤਰੀ ਖੁਦ ਹੁੰਦੇ ਨੇ ਇਸ ਬੋਰਡ ਦੇ ਚੇਅਰਮੈਨ। ਜੋ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਸੇਵਾਵਾਂ ਨੂੰ ਗਾਈਡ ਕਰਨਾ, ਬਾਲ ਵਿਕਾਸ ਦੀਆਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਸਾਰੀਆਂ ਗਤੀਵਿਧੀਆਂ ਨੂੰ ਦੇਖਣਾ ਜਾਂ ਦਿਸ਼ਾ ਤੇ ਲਕਸ਼ ਪ੍ਰਦਾਨ ਕਰਨਾ, ਉਹ ਕਿਹਦਾ ਕੰਮ ਹੁੰਦਾ ਹੈਗਾ? ਉਹ ਇਹਨਾਂ ਦਾ ਕੰਮ ਹੁੰਦਾ। ਪ੍ਰਧਾਨ ਮੰਤਰੀ ਕੀ ਕਰਦਾ? ਪ੍ਰਧਾਨ ਮੰਤਰੀ ਖੁਦ ਨਹੀਂ ਇਸ ਸੰਸਥਾ ਨੂੰ ਚਲਾਉਂਦਾ। ਪ੍ਰਧਾਨ ਮੰਤਰੀ ਦਾ ਕੰਮ ਸਿਰਫ ਇਹੀ ਹੈ ਕਿ ਉਹ ਇਸ ਸੰਸਥਾ ਨੂੰ ਦੇਖ ਰੇਖ ਕਰਦਾ ਹੈਗਾ। ਇਸ ਸੰਸਥਾ ਦੀ ਦੇਖ ਰੇਖ ਕਰਕੇ ਕੀ ਕਰਦਾ ਹੈ? ਉਸ ਨੂੰ ਗਾਈਡ ਕਰਵਾਉਂਦੇ ਆ। ਜਿਹੜੇ ਐਕਸਪਰਟ ਹੁੰਦੇ ਆ ਉਹਨਾਂ ਦੁਆਰਾ ਗਾਈਡ ਕਰਵਾਇਆ ਜਾਂਦਾ ਹੈ ਕਿ ਇਹ ਕਿਹੜੀਆਂ ਇਹਨਾਂ ਦੇ ਵਿੱਚ ਇੰਪਲੀਮੈਂਟਾਂ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਚੇਂਜਿੰਗ ਹੋਣੀਆਂ ਚਾਹੀਦੀਆਂ। ਤਾਂ ਉਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਜਾਂਦਾ ਹੈਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਪੁਆਇੰਟ ਕੀ ਹੈ ਕਿ ਬਾਲ ਵਿਕਾਸ ਬੋਰਡ ਨਾਲ ਬਾਲ ਸੰਬੰਧੀ ਸਾਰੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਇਸ ਦੇ ਵਿੱਚ ਚਲਾਈਆਂ ਜਾਂਦੀਆਂ ਨੇ। ਜਿੰਨੀਆਂ ਵੀ ਬੱਚਿਆਂ ਪ੍ਰਤੀ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਨੇ ਜਾਂ ਕੰਮ ਕਾਰਜ ਹੁੰਦੇ ਨੇ, ਜਿੰਨੇ ਵੀ ਬੱਚਿਆਂ ਪ੍ਰਤੀ ਕੰਮ ਕਾਰਜ ਜਾਂ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਇਹਨਾਂ ਦੇ ਵਿੱਚ ਜਿਹੜਾ ਹੈਗਾ ਚਲਾਇਆ ਜਾਵੇਗਾ। ਤਾਂ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜਿਹੜਾ CWV
SWV ਤਾਂ ਉਹ ਕੀ ਹੁੰਦਾ, ਫੁੱਲ ਫਾਰਮ ਜ਼ਰੂਰੀ ਯਾਦ ਰੱਖਣੀ ਹੈ ਆਪਣੀ। ਤਾਂ ਉਹਦੀ ਫੁੱਲ ਫਾਰਮ ਜਿਹੜੀ ਹੈਗੀ ਹੈ ਤਾਂ ਉਹਦੀ ਫੁੱਲ ਫਾਰਮ ਹੈ ਸੈਂਟਰਲ ਸੋਸ਼ਲ ਵੈਲਫੇਅਰ ਬੋਰਡ। ਸੈਂਟਰਲ ਸੋਸ਼ਲ ਵੈਲਫੇਅਰ ਬੋਰਡ, ਕੇਂਦਰੀ ਸਮਾਜ ਕਲਿਆਣ ਬੋਰਡ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਕੀ ਕਹਿੰਦੇ ਆ ਪੰਜਾਬੀ ਦੇ ਵਿੱਚ, ਕੇਂਦਰੀ ਸਮਾਜ ਕਲਿਆਣ ਬੋਰਡ ਦੀ ਸਥਾਪਨਾ ਜਿਹੜੀ ਹੈਗੀ ਆ 1953 ਈਸਵੀ ਦੇ ਵਿੱਚ ਜਿਹੜੀ ਇਹਦੀ ਸਥਾਪਨਾ ਹੋਈ ਸੀ। ਕਿੱਥੇ ਕੀਤੀ ਗਈ ਸੀ ਇਹਦੀ ਸਥਾਪਨਾ? ਨਵੀਂ ਦਿੱਲੀ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਸਥਾਪਨਾ ਕੀਤੀ ਗਈ ਸੀਗੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਨਵੀਂ ਦਿੱਲੀ ਦੇ ਵਿੱਚ ਜਿਹੜੀ ਹੈਗੀ ਦੀ ਸਥਾਪਨਾ ਹੋਈ ਸੀ। ਕਿੰਨੇ 'ਚ ਹੋਈ ਸੀ? 1953 ਦੇ ਵਿੱਚ ਇਹਦੀ ਜਿਹੜੀ ਹੈਗੀ ਆ ਸਥਾਪਨਾ ਕੀਤੀ ਗਈ ਸੀ। ਤੇ ਇਹਦੇ ਮੁੱਖ ਕੰਮ ਕਿਹੜੇ ਕਿਹੜੇ ਹੋ ਸਕਦੇ ਨੇ, ਆਪਾਂ ਉਹਨਾਂ ਬਾਰੇ ਝਾਕ ਮਾਰਦੇ ਹਾਂ। ਇਹਦੇ ਮੁੱਖ ਕੰਮ ਕਿਹੜੇ ਕਿਹੜੇ ਨੇ? ਤਾਂ ਇਹਦੇ ਮੁੱਖ ਕੰਮ ਕੀ ਹੈ ਕਿ ਦੇਸ਼ ਵਿੱਚ ਚੱਲ ਰਹੀਆਂ ਸਮਾਜ ਕਲਿਆਣ ਵਾਸਤੇ ਸੇਵਾਵਾਂ ਜਿਹੜੇ ਹੈਗੀਆਂ ਨੇ ਉਹਨਾਂ ਨੂੰ ਕੀ ਕਰਨਾ, ਕਾਰਜ ਤੇ ਹੱਲਾਸ਼ੇਰੀ ਦੇਣਾ। ਦੇਸ਼ ਵਿੱਚ ਚੱਲ ਰਹੀਆਂ ਸਮਾਜ ਕਲਿਆਣ ਵਾਸਤੇ ਸੇਵਾਵਾਂ ਜਾਂ ਸੇਵਾਮੀ ਕਾਰਜਾਂ ਕਰਕੇ ਜਿਹੜੀ ਹੈਗੀ ਆ ਉਹਨਾਂ ਨੂੰ ਹੱਲਾਸ਼ੇਰੀ ਦੇਣਾ, ਇਹਨਾਂ ਦਾ ਮੁੱਖ ਕੰਮ ਹੁੰਦਾ ਹੈ। ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਕਿ ਉਤਸ਼ਾਹਿਤ ਦੇ ਨਾਲ ਅੱਗੇ ਵਧਾਈਆਂ ਜਾਂਦੀਆਂ ਨੇ। ਜੇਕਰ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲਾ, ਦੇਖੋ ਜੇਕਰ ਆਪਾਂ ਇੱਕ ਗੱਲ ਕਰੀ ਜਾਈਏ, ਜੇ ਬੱਚਾ ਕਈ ਵਾਰੀ ਇੱਕ ਕਲਾਸ ਦੇ ਵਿੱਚੋਂ ਫੇਲ ਹੋ ਜੇ, ਜੇ ਉਹਨਾਂ ਨੂੰ ਆਪਾਂ ਇੱਦਾਂ ਹੀ ਉਤਸ਼ਾਹਿਤ ਨਾ ਕਰੀਏ ਵੀ ਕੋਈ ਗੱਲ ਨਹੀਂ, ਤੁਸੀਂ ਨਹੀਂ ਕਰ ਸਕਦੇ, ਤੁਹਾਡਾ ਪੜ੍ਹਾਈ ਕਰਨਾ ਤੁਹਾਡੇ ਵੱਸ ਦੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਜੇਕਰ ਆਪਾਂ ਉਹਨਾਂ ਨੂੰ ਇੱਦਾਂ ਡਰਾਈ ਜਾਵਾਂਗੇ, ਜੇਕਰ ਆਪਾਂ ਨੂੰ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦੇਵਾਂਗੇ ਤਾਂ ਆਪਣਾ ਜਿਹੜਾ ਕੌਨਫੀਡੈਂਸ ਆ ਉਹ ਲੋ ਕਰ ਦੇਣਗੇ। ਜੇਕਰ ਉਹਨਾਂ ਨੂੰ ਕਹਾਂਗੇ ਵੀ ਕੋਈ ਗੱਲ ਨਹੀਂ ਜੀ ਇਸ ਵਾਰ ਨਹੀਂ ਪਾਸ ਹੋਇਆ ਤਾਂ ਅਗਲੀ ਵਾਰ ਜਿਹੜੇ ਹੈਗੇ ਪੜ੍ਹ ਕੇ ਚੰਗੀ ਤਰ੍ਹਾਂ ਪੜ੍ਹ ਕੇ ਚੰਗੇ ਨੰਬਰ ਲੈ ਕੇ ਤੁਸੀਂ ਪਾਸ ਹੋ ਸਕਦੇ ਹੋ, ਤਾਂ ਇਹ ਉਹਨਾਂ ਨੂੰ ਹੱਲਾਸ਼ੇਰੀ ਦੇਣਾ, ਉਹਨਾਂ ਦੇ ਵਿੱਚ ਕੌਨਫੀਡੈਂਸ ਨੂੰ ਬਿਲਡ ਕਰਨਾ, ਭਰਨਾ, ਤਾਂ ਇਹਨਾਂ ਦੀਆਂ ਕੰਮਾਂ ਹੁੰਦੀਆਂ। ਤਾਂ ਇਹ ਇੱਕ ਇੱਦਾਂ ਦਾ ਬੋਰਡ ਹੈ ਜੋ ਹਰੇਕ ਸੰਸਥਾ ਨੂੰ ਕੀ ਕਰਦਾ, ਹੱਲਾਸ਼ੇਰੀ ਦਿੰਦਾ ਉਹਨਾਂ ਦੇ ਕਾਰਜ ਕੰਮ ਨੂੰ ਪੂਰਾ ਕਰਵਾਉਣ ਦੇ ਲਈ। ਸੈਕੰਡ ਕੀ ਹੈ, ਸੈਕੰਡ ਪੁਆਇੰਟ ਦੇ ਵਿੱਚ ਕੀ ਕਿਹਾ ਉਹਨਾਂ ਨੇ ਉਹ ਵੀ ਦੇਖ ਲੈਂਦੇ ਆ। ਸੈਕੰਡ ਪੁਆਇੰਟ ਦੇ ਵਿੱਚ ਕਿਹਾ ਕਿ ਮਹਿਲਾਵਾਂ, ਬੱਚੇ ਅਤੇ ਅਪੰਗਾਂ ਨੂੰ ਅਨੇਕਾਂ ਗਤੀਵਿਧੀਆਂ ਦਾ ਚਾਲਣ ਜਿਹੜਾ ਹੈਗਾ ਕਰਨਾ ਪੈਂਦਾ ਹੈਗਾ, ਠੀਕ ਹੈ ਜੀ। ਮਹਿਲਾਵਾਂ ਅਤੇ ਬੱਚਿਆਂ ਨੂੰ, ਅਪੰਗਾਂ ਜਿਹੜੇ ਅਪੰਗ ਬੱਚੇ ਹੁੰਦੇ ਆ ਉਹਨਾਂ ਨੂੰ ਅਨੇਕਾਂ ਗਤੀਵਿਧੀਆਂ ਦਾ ਚਾਲਣ ਜਿਹੜਾ ਹੈਗਾ ਕਰਦਾ ਹੈਗਾ ਇਹ ਬੋਰਡ। ਥਰਡ ਕੀ ਹੈ ਕਿ ਵਿੱਤੀ ਸਹਾਇਤਾ ਵੀ ਇਸ ਬੋਰਡ ਦੁਆਰਾ ਦਿੱਤੀ ਜਾਂਦੀ ਹੈ। ਕੀ ਕੀਤਾ ਜਾਂਦਾ ਹੈ? ਕੁਝ ਪੈਸੇ ਵੀ ਜਿਹੜੇ ਹੈਗੇ ਆ ਇਸ ਬੋਰਡ ਦੁਆਰਾ ਦਿੱਤੇ ਜਾਂਦੇ ਨੇ, ਜਾਂ ਸੰਸਥਾਵਾਂ ਨੂੰ ਲਾ ਲਓ, ਜਾਂ ਇੱਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਜਿਹੜੀ ਹੈਗੀ ਆ ਅਪੰਗ ਨੇ ਜਾਂ ਰੋਜੀ ਰੋਟੀ ਨਹੀਂ ਕਮਾ ਸਕਦੇ, ਉੱਦਾਂ ਦੇ ਪਰਿਵਾਰਾਂ ਨੂੰ ਕੀ ਕੀਤਾ ਜਾਂਦਾ ਹੈਗਾ, ਵਿੱਤੀ ਸਹਾਇਤਾ ਵੀ ਇਸ ਬੋਰਡ ਦੁਆਰਾ ਦਿੱਤੀ ਜਾਂਦੀ ਹੈ। ਇਸ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਿਓ। ਇਹ ਬੋਰਡ ਜਿਹੜਾ ਹੈਗਾ ਨਿਗਰਾਨੀ ਵੀ ਕਰਦਾ ਹੈਗਾ। ਨਿਗਰਾਨੀ ਦਾ ਮਤਲਬ ਕੀ ਹੈ ਕਿ ਇਸ ਬੋਰਡ ਦੁਆਰਾ ਇੱਕ ਨਿਗਾਹ ਰੱਖੀ ਜਾਂਦੀ ਹੈ ਕਾਫੀ ਸਾਰੇ ਸੰਸਥਾਵਾਂ ਦੇ ਉੱਪਰ। ਦੇਖੋ ਕਈ ਇੱਦਾਂ ਦੇ ਅੱਜ ਕੱਲ੍ਹ ਜੋ ਅੱਜ ਦਾ ਯੁੱਗ ਹੈ ਨਾ, ਉਹ ਇੱਦਾਂ ਦਾ ਹੈਗਾ ਵੀ ਕਿ ਬਹੁਤ ਸਾਰੀਆਂ ਫੇਕ ਸੰਸਥਾਵਾਂ ਚੱਲੀਆਂ ਹੋਈਆਂ ਨੇ, ਹੈ ਨਾ। ਬਹੁਤ ਸਾਰੀਆਂ ਇੱਦਾਂ ਦਾ ਸੰਸਥਾਵਾਂ ਚੱਲੀਆਂ ਹੋਈਆਂ ਨੇ ਜੋ ਪੈਸਾ ਇਕੱਠਾ ਕਰਦੀਆਂ ਨੇ ਤਾਂ ਛਕ ਜਾਂਦੀਆਂ ਨੇ, ਠੀਕ ਹੈ ਨਾ। ਤਾਂ ਇਹ ਇੱਦਾਂ ਦਾ ਬੋਰਡ ਹੈ ਕਿ ਕੀ ਕਰਦਾ ਹੈਗਾ, ਇੱਕ ਨਿਗਰਾਨੀ ਵੀ ਰੱਖਦਾ ਵੀ ਜੇ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਸ ਪ੍ਰੋਬਲਮ ਨੂੰ ਕੀ ਕਰਨਾ ਭਾਈ, ਹੈਂਡਲ ਕਰਨਾ, ਦੇਖਣਾ, ਹੈ ਨਾ। ਤਾਂ ਇੱਦਾਂ ਦਾ ਵੀ ਇਹ ਕੀ ਕਰਦਾ ਹੈਗਾ, ਜਿਹੜਾ ਹੈਗਾ ਨਿਗਰਾਨੀ ਦਾ ਕੰਮ ਕਰਦਾ ਇਹ ਬੋਰਡ। ਨੈਕਸਟ ਕੀ ਹੈ, ਜਿੱਥੇ ਕੋਈ ਵੀ ਸੰਗਠਨ ਨਹੀਂ ਹੁੰਦਾ ਉੱਥੇ ਸੰਗਠਨ ਬਣਾਉਣ ਦੇ ਵਿੱਚ ਵੀ ਕੀ ਕਰਦਾ ਹੈਗਾ, ਸਹਾਇਤਾ ਕਰਦਾ। ਜਿੱਥੇ ਕੋਈ ਵੀ ਸੰਗਠਨ ਨਹੀਂ ਹੁੰਦਾ, ਕਈ ਇੱਦਾਂ ਦੇ ਪਿੰਡ ਸ਼ਹਿਰ ਕਸਬੇ ਹੁੰਦੇ ਨੇ ਜਿੱਥੇ ਕੀ ਕਰਦੇ ਹੋ ਭਾਈ, ਸੰਗਠਨ ਨਹੀਂ ਹੁੰਦੇ, ਠੀਕ ਹੈ ਨਾ। ਕੋਈ ਸੰਸਥਾਵਾਂ ਕੰਮ ਨਹੀਂ ਕਰਦੀਆਂ ਹੁੰਦੀਆਂ ਜਾਂ ਸੰਗਠਨ ਕੰਮ ਨਹੀਂ ਕਰਦੇ ਹੁੰਦੇ, ਤਾਂ ਉੱਥੇ ਵੀ ਇਹ ਕੀ ਕਰਦਾ ਹੈਗਾ, ਸੰਸਥਾ ਬਣਾਉਣ ਦੇ ਵਿੱਚ ਕੀ ਕਰਦਾ ਹੈ, ਸੰਗਠਨ ਬਣਾਉਣ ਦੇ ਵਿੱਚ ਜਾਂ ਸੰਸਥਾ ਬਣਾਉਣ ਦੇ ਵਿੱਚ ਕੀ ਕਰਦਾ, ਇਹ ਹੈਲਪ ਕਰਦਾ, ਪੂਰੀ ਮਦਦ ਕੀਤੀ ਜਾਂਦੀ ਹੈ ਇਸ ਦੁਆਰਾ। ਤਾਂ ਨੈਕਸਟ ਕੀ ਹੈ, ਉਸ ਤੋਂ ਬਾਅਦ ਸੈਂਟਰਲ ਸੋਸ਼ਲ ਵੈਲਫੇਅਰ ਵਰਲਡ, ਇਹ ਬੋਰਡ ਦਾ ਸੀ, ਇਹ ਵਰਲਡ ਦਾ ਹੈਗਾ। ਕੇਂਦਰੀ ਸਮਾਜ ਕਲਿਆਣ ਬੋਰਡ ਦੀ ਸਥਾਪਨਾ ਜਿਹੜੀ ਹੈਗੀ 1986 ਦੇ ਵਿੱਚ ਹੋਈ ਸੀਗੀ। ਤਾਂ ਇਸ ਨੂੰ ਵੀ ਜ਼ਰੂਰ ਯਾਦ ਰੱਖਣਾ ਕਿਉਂਕਿ ਅਤੀ ਜ਼ਰੂਰੀ ਹੈ ਆਪਣੇ ਵਾਸਤੇ। ਗਰੀਬ ਪੇਂਡੂ ਮਹਿਲਾਵਾਂ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਜਿਹੜੇ ਹੈਗੇ ਯੋਜਨਾ ਵਗੈਰਾ ਇਹਨਾਂ ਦੀਆਂ ਚਲਾਈਆਂ ਜਾਂਦੀਆਂ ਨੇ, ਠੀਕ ਹੈ, ਆਪਣੇ ਵਾਸਤੇ ਅਤੀ ਜ਼ਰੂਰੀ ਬਣਦਾ ਹੈਗਾ। ਸੈਕੰਡ ਕੀ ਹੈ ਕਿ ਗਰੀਬ ਮਹਿਲਾਵਾਂ ਦਾ ਇੱਕ ਦੂਜੇ ਨਾਲ ਜਿਹੜਾ ਹੈਗਾ ਪੰਚ ਉੱਪਰ ਵਿਚਾਰ ਦਾ ਆਦਾਨ ਪ੍ਰਦਾਨ ਹੁੰਦਾ ਸੀ ਅਤੇ ਔਰਤਾਂ ਦੇ ਨਾਲ ਅਤਿਆਚਾਰ ਹੁੰਦਾ ਸੀ। ਕਹਿਣ ਦਾ ਮਤਲਬ ਕੀ ਹੈ
ਕਿ ਕਾਫੀ ਸਾਰੀਆਂ ਇੱਦਾਂ ਦੀਆਂ ਮਹਿਲਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਕਾਫੀ ਪਰਿਵਾਰ ਇੱਦਾਂ ਦੇ ਹੁੰਦੇ ਨੇ ਜੋ ਮਹਿਲਾਵਾਂ ਦੇ ਨਾਲ ਅਤਿਆਚਾਰ ਕਰਦੇ ਨੇ, ਹੈ ਨਾ। ਉਹਨਾਂ ਨੂੰ ਰੋਕਣ ਦੇ ਵਾਸਤੇ ਇਸ ਸੰਸਥਾ ਜਿਹੜਾ ਹੈਗਾ ਵੱਧ ਚੱਲ ਕੇ ਇਹਨਾਂ ਨੇ ਕੀ ਕੀਤਾ, ਜਿਹੜਾ ਹੈਗਾ ਇਹ ਜਾਗਰੂਕ ਕੀਤਾ ਲੋਕਾਂ ਨੂੰ, ਠੀਕ ਹੈ। ਡੋਲ ਸਿਸਟਮ ਦੇ ਪ੍ਰਤੀ, ਠੀਕ ਹੈ, ਦਹੇਜ ਪ੍ਰਥਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਦੇ ਪ੍ਰਤੀ, ਜਾਂ ਹੋਰ ਕਾਫੀ ਸਾਰੇ ਇੱਦਾਂ ਦੇ ਜਿਹੜੇ ਹੈਗੇ ਪਰਿਵਾਰ ਸੀ ਜੋ ਔਰਤਾਂ ਨੂੰ ਤੰਗ ਕਰਦੇ ਸੀਗੇ, ਤੇ ਉਹਨਾਂ ਨੂੰ ਜਿਹੜਾ ਹੈਗਾ ਔਰਤਾਂ ਦੇ ਉੱਪਰ ਅਤਿਆਚਾਰ ਨੂੰ ਰੋਕਣ ਦੇ ਲਈ ਜਿਹੜਾ ਹੈਗਾ ਇਹ ਬੋਰਡ ਸੀਗਾ ਜਿਹੜਾ ਹੈਗਾ ਸਭ ਤੋਂ ਅੱਗੇ ਪਹਿਲਾਂ ਆਇਆ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਣਾ ਹੈਗਾ, ਆਪਣੇ ਵਾਸਤੇ ਬਹੁਤ ਜ਼ਰੂਰੀ ਬਣ ਸਕਦਾ। ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ BNP, ਠੀਕ ਹੈ ਨਾ। BNP ਬਹੁਤ ਵਧੀਆ ਜਿਹੜਾ ਹੈਗਾ ਇਹ ਸੰਸਥਾ ਹੈਗੀ ਜਿਹਨੂੰ ਆਪਾਂ ਬਾਲਵਾੜੀ ਨਿਊਟ੍ਰੀਸ਼ਨ ਪ੍ਰੋਗਰਾਮ ਕਹਿੰਦੇ ਆ, ਜਾਂ ਬਾਲਵਾੜੀ ਪ੍ਰੀਸ਼ਦ ਪ੍ਰੋਗਰਾਮ ਵੀ ਆਪਾਂ ਜਿਹਨੂੰ ਆਪਾਂ ਕਹਿੰਦੇ ਆ। ਤਾਂ ਇਹਦਾ ਕੀ ਕੰਮ ਹੁੰਦਾ, ਇਹ ਜਿਹੜਾ ਐਸਟੈਬਲਿਸ਼ ਹੈ 1971 ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਸਥਾਪਨਾ ਹੋ ਗਈ ਸੀਗੀ। 1971 ਦੇ ਵਿੱਚ ਜਿਹੜੇ ਹੈਗਾ ਬਾਲਵਾੜੀ ਪ੍ਰੀਸ਼ਦ ਪ੍ਰੋਗਰਾਮ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀ। ਤਾਂ ਕੰਮ ਕੀ ਸੀਗਾ, ਕੀ ਕੰਮ ਸੀ, ਮੁੱਖ ਕੰਮ ਕੀ ਸੀਗੇ, ਉਹ ਵੀ ਆਪਾਂ ਦੇਖ ਲੈਂਦੇ ਹਾਂ। ਬਾਲਵਾੜੀ ਦਿਵਸ ਦੇ ਦੇਖਭਾਲ ਕੇਂਦਰ ਦੇ ਵਿੱਚ ਜਿਹੜਾ ਹੈਗਾ 3 ਤੋਂ ਲੈ ਕੇ 5 ਸਾਲ ਦੇ ਬੱਚੇ ਨੂੰ ਜਿਹੜਾ ਹੈਗਾ ਆਹਾਰ ਪ੍ਰਦਾਨ ਕਰਨਾ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ 3 ਤੋਂ ਲੈ ਕੇ 5 ਸਾਲ ਦੇ ਬੱਚੇ ਹੁੰਦੇ ਆ ਉਹਨਾਂ ਦੇ ਲਈ ਹਰ ਇੱਕ ਸੁਵਿਧਾ ਨੂੰ ਪ੍ਰਦਾਨ ਕਰਨਾ ਬਾਲਵਾੜੀ ਸਿਸਟਮ ਦਾ ਜਿਹੜਾ ਹੈਗਾ ਹਿੱਸਾ ਹੈਗਾ। ਤਾਂ ਬਾਲਵਾੜੀ ਸਿਸਟਮ ਕੀ ਕਰਦਾ ਹੈ, 3 ਤੋਂ ਲੈ ਕੇ 5 ਸਾਲ ਦੇ ਬੱਚਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਦੇਖਭਾਲ ਕਰਦਾ ਹੈ, ਤਾਂ ਉਹਨਾਂ ਨੂੰ ਜਿਹੜਾ ਹੈਗਾ ਦੇਖਭਾਲ ਕਰਦਾ ਤੇ ਬਾਲਵਾੜੀ ਦੇ ਵਿੱਚ ਕੀ ਕਰਦਾ, ਉਹਨਾਂ ਨੂੰ ਦਾਖਲ ਕਰਵਾਉਂਦਾ। 3 ਤੋਂ ਲੈ ਕੇ 5 ਸਾਲ ਦੇ ਬੱਚਿਆਂ ਨੂੰ ਕੀ ਕਰਦਾ, ਸੋ ਦਾਖਲਾ ਵੀ ਦਿੰਦਾ ਹੈਗਾ ਬਾਲਵਾੜੀ। ਨੈਕਸਟ ਪੁਆਇੰਟ ਕੀ ਹੈ ਕਿ ਇਹਨਾਂ ਨੂੰ ਨਿੱਜੀ ਸਹਾਇਤਾ ਲਿਖਿਆ ਹੋਇਆ ਜੀ, ਜਾਂ ਵਿੱਤੀ ਸਹਾਇਤਾ ਵੀ ਲਿਖ ਸਕਦੇ ਹੋ, ਸਹੀ ਹੈ ਕਿ ਵਿੱਤੀ ਸਹਾਇਤਾ ਵੀ ਜਿਹੜੀ ਹੈਗੀ ਆ ਸਮਾਜ ਸੇਵੀ ਸੰਸਥਾ ਦੁਆਰਾ ਦਿੱਤੀ ਜਾਂਦੀ ਹੈ। ਤਾਂ ਇਹਨਾਂ ਨੂੰ ਕੀ ਕੀਤਾ ਜਾਂਦਾ ਹੈ ਕਿ ਵਿੱਤੀ ਸਹਾਇਤਾ ਵੀ ਜਿਹੜੀ ਹੈਗੀ ਆ ਸਮਾਜ ਜਿਹੜੇ ਹੈਗੀ ਆ ਕੁਝ ਸੰਸਥਾ ਦੁਆਰਾ ਇਹਨਾਂ ਨੂੰ ਦਿੱਤੀ ਜਾਂਦੀ ਹੈ। ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਬਹੁਤ ਇੰਪੋਰਟੈਂਟ ਆਪਣੇ ਬਾਰੇ ਬਣ ਸਕਦਾ ਹੈਗਾ। ਨੈਕਸਟ ਕਿਹੜਾ ਜੀ, ਕੰਸਾਈਡਰਡ ਕੋਰਸ ਆਫ ਐਜੂਕੇਸ਼ਨ ਵੂਮੈਨ, ਪ੍ਰੌੜ ਮਹਿਲਾਵਾਂ ਦੀ ਸਿੱਖਿਆ ਦੇ ਲਈ ਪਾਠਕ੍ਰਮ 1958 ਦੀ ਸਥਾਪਨਾ ਇਸ ਦੀ ਕੀਤੀ ਗਈ ਸੀਗੀ। ਮਹਿਲਾਵਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਜਾਂ ਯੋਗ ਬਣਾਉਣਾ, ਸਵੈ ਰੁਜ਼ਗਾਰ ਪੈਦਾ ਕਰਨਾ। ਕਹਿਣ ਦਾ ਮਤਲਬ ਕੀ ਹੈ ਕਿ ਕੁਝ ਮਹਿਲਾਵਾਂ ਇੱਦਾਂ ਦੀਆਂ ਸੀਗੀਆਂ ਜੋ ਕੁਛ ਕਰਨਾ ਚਾਹੁੰਦੀਆਂ ਨੇ ਜਾਂ ਆਪਣੇ ਮਿਹਨਤ ਕਰਕੇ ਜਿਹੜੀਆਂ ਹੈਗੀਆਂ ਅੱਗੇ ਆਉਣਾ ਚਾਹੁੰਦੀਆਂ ਨੇ, ਤਾਂ ਉਹਨਾਂ ਦੇ ਲਈ ਕੀ ਕਰਨਾ, ਸਵੈ ਰੁਜ਼ਗਾਰ ਨੂੰ ਪੈਦਾ ਕਰਨਾ। ਕਿਹਦਾ ਕੰਮ ਹੁੰਦਾ ਸੀਗਾ, ਪ੍ਰੌੜ ਮਹਿਲਾਵਾਂ ਦੀ ਸਿੱਖਿਆ ਪਾਠਕ੍ਰਮ ਜਿਹੜਾ ਹੈਗਾ ਇਸ ਜਿਹੜਾ ਹੈਗਾ ਸੰਗਠਨ ਦਾ ਕੰਮ ਹੁੰਦਾ। ਕੋਰਸ ਆਫ ਐਜੂਕੇਸ਼ਨ ਵੂਮੈਨ ਦਾ ਜਿਹੜਾ ਕੰਮ ਸੀਗਾ ਮਹਿਲਾਵਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ। ਉਸ ਤੋਂ ਬਾਅਦ ਆਇਆ ਜੀ ਨੈਕਸਟ ਆਇਆ ਕਿ ਕਰੈਚ ਫੋਰ ਚਿਲਡਰਨ, ਕਰੈਚ ਸਿਸਟਮ ਜਿਹੜਾ ਆਇਆ। ਕਰੈਚ ਸਿਸਟਮ ਹੁੰਦਾ ਕੀ ਹੈ, ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਦੇਖਾਂਗੇ, ਕਿਵੇਂ ਕੀ ਚੀਜ਼ਾਂ ਹੁੰਦੀਆਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਦੇਖਦੇ ਹਾਂ। ਤਾਂ ਇਹ ਜਿਹੜਾ ਹੈਗਾ ਜੀ ਇਹ 1977 ਦੇ ਵਿੱਚ ਜਿਹੜੀ ਹੈਗੀ ਇਹਦੀ ਸ਼ੁਰੂਆਤ ਕੀਤੀ ਗਈ ਕਰੈਚ ਸਿਸਟਮ ਦੀ। ਇਹਦੀ ਜਿਹੜੀ ਬੱਚੇ ਦੀ ਉਮਰ ਸੀਗੀ 0 ਤੋਂ ਲੈ ਕੇ 5 ਸਾਲ ਦਾ ਬੱਚਾ ਜਿਹੜਾ ਹੈਗਾ ਇਹਦੇ ਵਿੱਚ ਭਰਤੀ ਕੀਤਾ ਜਾਂਦਾ ਸੀਗਾ। ਹੁੰਦਾ ਕੀ ਹੈ ਕਰੈਚ ਸਿਸਟਮ, ਕੰਮ ਕੀ ਸੀਗੇ ਇਹਨਾਂ ਦੇ, ਜੋ ਮਹਿਲਾਵਾਂ ਕਾਰਜਕਾਰੀ ਜਾਂ ਬਿਮਾਰ ਜਾਂ ਹੋਰ ਕਿਸੇ ਕਾਰਨਾਂ ਕਰਕੇ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀਆਂ, ਠੀਕ ਹੈ, ਉਹਨਾਂ ਪਰਿਵਾਰਾਂ ਦੇ ਬੱਚਿਆਂ ਦੇ ਲਈ ਕੀ ਕੀਤਾ ਗਿਆ ਸੀਗਾ, ਕਰੈਚ ਸਿਸਟਮ ਨੂੰ ਖੋਲ੍ਹਿਆ ਗਿਆ ਸੀ। ਹੁਣ ਮੈਂ ਤੁਹਾਨੂੰ ਸਪੈਸ਼ਲੀ ਥੋੜ੍ਹੀ ਜਿਹੀ ਇੱਕ ਡੀਪਲੀ ਇਹਨੂੰ ਆਪਾਂ ਡਿਸਕਸ ਕਰ ਲੈਂਦੇ ਹਾਂ ਕਿ ਕਰੈਚ ਸਿਸਟਮ ਉਹ ਹੁੰਦਾ ਹੈਗਾ ਕਿ ਕਈ ਪਰਿਵਾਰ ਇੱਦਾਂ ਦੇ ਹੁੰਦੇ ਆ ਕਿ ਬਹੁਤ ਜ਼ਿਆਦਾ ਗਰੀਬ ਹੁੰਦੇ ਨੇ, ਜਾਂ ਕਈ ਪਰਿਵਾਰ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਮਾਤਾ ਪਿਤਾ ਜਿਹੜੇ ਹੈਗੇ ਆ ਬਿਮਾਰ ਹੁੰਦੇ ਨੇ, ਉਹ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੇ, ਜਾਂ ਇੱਦਾਂ ਦੇ ਪਰਿਵਾਰ ਜਿਨ੍ਹਾਂ ਦੇ ਮਾਤਾ ਪਿਤਾ ਜਿਹੜੇ ਹੈਗੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੁੰਦੀ ਹੈ, ਉਹ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੇ। ਤਾਂ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਸਿੱਖਿਆ ਦੇ ਲਈ ਜੋੜਨ ਦੇ ਲਈ ਕਰੈਚ ਸਿਸਟਮ ਜਿਹੜੇ ਹੈਗੇ ਆ ਖੋਲ੍ਹੇ ਗਏ ਸੀਗੇ।
ਤਾਂ ਅੱਗੇ ਕੀ ਹੈ, ਇਹ ਜਿਹੜੇ ਹੈਗੇ ਆ ਗ੍ਰਾਮੀਣ ਇਲਾਕਾ, ਪਹਾੜੀ ਇਲਾਕਾ ਸਮਾਜ ਦੇ ਵਿੱਚ ਉਹ ਵਰਗ ਦੇ ਲੋਕ ਜੋ ਲੋਕਾਂ ਦੀ ਪੂਰਤੀ ਕਰਨ ਦੇ ਲਈ ਜੋ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਉਹਨਾਂ ਦੇ ਲਈ ਇਹ ਸਕੀਮ ਨੂੰ ਤਹਿਤ ਜਿਹੜਾ ਹੈਗਾ ਲਾਭ ਲੈ ਸਕਦੇ ਨੇ। ਦੇਖੋ ਕਹਿਣ ਦਾ ਮਤਲਬ ਕੀ ਹੈ ਕਿ ਇੱਦਾਂ ਦੇ ਪਰਿਵਾਰ ਜਿਹੜੇ ਜਾਂ ਇੱਦਾਂ ਦੇ ਪਰਿਵਾਰ ਜਿਹੜੇ ਜੋ ਪਹਾੜੀਆਂ ਦੇ ਵਿੱਚ ਰਹਿੰਦੇ ਨੇ, ਪਹਾੜੀ ਇਲਾਕੇ ਦੇ ਵਿੱਚ ਜਾਂ ਗ੍ਰਾਮੀਣ ਇਲਾਕੇ ਦੇ ਵਿੱਚ, ਜਾਂ ਇੱਦਾਂ ਦੇ ਇਲਾਕੇ ਜੋ ਪਛੜੇ ਹੋਏ ਨੇ, ਜਾਂ ਇੱਦਾਂ ਦੇ ਪਰਿਵਾਰ ਜੋ ਉਹਨਾਂ ਦੇ ਮਾਪਿਓ ਉਹ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੇ, ਤਾਂ ਉੱਦਾਂ ਦੇ ਪਰਿਵਾਰ ਕੀ ਕਰ ਸਕਦੇ ਆ, ਇਸ ਸਿਸਟਮ ਦਾ ਜਿਹੜਾ ਹੈਗਾ ਲਾਭ ਲੈ ਸਕਦੇ ਆ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਥਰਡ ਕੀ ਹੈ ਜੀ, ਕੰਮਕਾਰ ਜੀ ਜਿਹੜਾ ਹੈਗਾ ਮਹਿਲਾਵਾਂ ਦੇ ਲਈ ਹੋਸਟਲ ਦੀ ਸੁਵਿਧਾ ਪ੍ਰਦਾਨ ਹੁੰਦੀ ਹੈ। ਠੀਕ ਹੈ, ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੇ ਰਹਿਣ ਦੇ ਲਈ ਹੋਸਟਲ ਬਣਾ ਕੇ ਦੇਣਾ, ਉਹ ਵੀ ਇਹਨਾਂ ਦਾ ਕੰਮ ਹੁੰਦਾ ਜੀ। ਸ਼ਹਿਰ ਵਿੱਚ ਜੋ ਔਰਤਾਂ ਕੰਮ ਕਰਨ ਦੇ ਲਈ ਜਾਂਦੀਆਂ ਹਨ, ਉਹਨਾਂ ਦੇ ਸੁਰੱਖਿਅਤ ਤੇ ਰਹਿਣ ਦੇ ਸਥਾਨ ਘੱਟ ਰੇਟ ਤੇ ਜਿਹੜਾ ਹੈਗਾ ਬਣਾਉਣਾ, ਉਹ ਵੀ ਜਿਹੜਾ ਹੈਗਾ ਇਹਨਾਂ ਦੁਆਰਾ ਸ਼ੁਰੂਆਤ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਜੋ ਔਰਤਾਂ ਕੰਮ ਕਰਨ ਦੇ ਲਈ ਜਾਂਦੀਆਂ ਨੇ, ਉਹਨਾਂ ਦੇ ਲਈ ਸੁਰੱਖਿਅਤ ਅਤੇ ਰਹਿਣ ਦੇ ਸਥਾਨ ਦੇ ਵਿੱਚ ਘੱਟ ਰੇਟ ਤੇ ਉਹਨਾਂ ਨੂੰ ਮਕਾਨ ਬਣਾ ਕੇ ਦੇਣਾ, ਉਹ ਵੀ ਕਿਹਨਾਂ ਦਾ ਕੰਮ ਹੁੰਦਾ, ਕਰੈਚ ਸਿਸਟਮ ਵਾਲਿਆਂ ਦਾ ਕੰਮ ਹੁੰਦਾ। ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਬਾਲ ਦੇਖਭਾਲ ਦੀ ਕੇਂਦਰ ਦੀ ਸਿਖਲਾਈ ਜਿਹੜੀ ਹੈਗੀ ਆ, ਪੜ੍ਹਾਈ ਤੇ ਸਮਾਜਿਕ ਸਿੱਖਿਆ, ਪੜ੍ਹਾਈ ਦਾ ਇੱਥੇ ਪੜ੍ਹਾਈ ਲਿਖ ਲਿਓ ਵੀ, ਠੀਕ ਹੈ। ਸਮਾਜਿਕ ਪੜ੍ਹਾਈ ਦਾ ਜਿਹੜਾ ਹੈਗਾ ਸਮਾਜਿਕ ਸਿੱਖਿਆ ਦਾ ਇਹਨਾਂ ਦੁਆਰਾ ਕੰਮ ਕਰਵਾਇਆ ਜਾਂਦਾ ਹੈ। ਸਵੈ ਸੇਵੀ ਸੰਗਠਨ, ਠੀਕ ਹੈ ਨਾ। ਉਸ ਤੋਂ ਬਾਅਦ ਹੈਗਾ ਕਿ ਸਵੈ ਸੇਵੀ ਸੰਗਠਨ ਕਿਹੜੇ ਹੁੰਦੇ ਨੇ, ਜਿਹੜੇ ਨੌਨ ਗੌਰਮੈਂਟ ਜਿਹੜੇ ਹੁੰਦੇ ਨੇ। ਦੇਖੋ ਆਪਾਂ ਗੌਰਮੈਂਟ ਕੀਤਾ ਪਹਿਲਾਂ, ਇਹ ਹੈ ਨੌਨ ਗੌਰਮੈਂਟ, ਠੀਕ ਹੈ। ਜਿਹੜੇ ਗੈਰ ਸਰਕਾਰੀ ਹੁੰਦੇ ਨੇ, ਜਿਹੜੇ ਕੀ ਹੁੰਦੇ ਆ, ਇੱਦਾਂ ਦੇ ਸੰਗਠਨ ਜੋ ਕੁਝ ਲੋਕਾਂ ਦੀ ਪਹਿਲ ਕਰਕੇ ਬਣਾਏ ਹੁੰਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, ਸਵੈ ਸੇਵੀ ਸੰਗਠਨ ਕਿਹਾ ਜਾਂਦਾ। ਇੱਦਾਂ ਦੇ ਸੰਗਠਨਾਂ ਉੱਪਰ ਕੁਝ ਲੋਕਾਂ ਦੁਆਰਾ ਪੈਸਾ ਖਰਚ ਕੇ ਕਰਦੇ ਹਨ ਅਤੇ ਉਹਨਾਂ ਨੂੰ ਕੁਝ ਫੰਡ ਜਿਹੜੀ ਹੈਗੀ ਆ ਸਰਕਾਰ ਵੀ ਦਿੰਦੀ ਹੈ। ਕਹਿੰਦਾ ਵੀ ਕੁਛ ਇੱਦਾਂ ਦੇ ਚੰਗੇ ਲੋਕ ਜਿਹੜੇ ਭਾਈ ਕੀ ਕਰਦੇ ਆ, ਅੱਗੇ ਵੱਧ ਕੇ ਆਉਂਦੇ ਆ ਲੋਕਾਂ ਦੀ ਸੇਵਾ ਕਰਨ ਦੇ ਲਈ, ਠੀਕ ਹੈ। ਉਹਨਾਂ ਦੁਆਰਾ ਜਿਹੜਾ ਹੈਗਾ ਸਵੈ ਸੇਵੀ ਸੰਗਠਨ ਜਿਹੜਾ ਹੈਗਾ ਚਲਾਇਆ ਜਾਂਦਾ ਹੈਗਾ। ਤਾਂ ਉਹ ਕੀ ਹੈ, ਕੁਛ ਗਰੁੱਪ ਸੰਗਠਨ ਦੇ ਵਿੱਚ ਕੀ ਕਰਦੇ ਆ, ਕੁਛ ਲੋਕ ਪੈਸੇ ਇਕੱਠੇ ਕਰਦੇ ਆ ਅਤੇ ਕੁਝ ਪੈਸਾ ਜਿਹੜਾ ਹੈਗਾ ਸਰਕਾਰ ਦੁਆਰਾ ਉਹਨਾਂ ਨੂੰ ਦਿੱਤਾ ਜਾਂਦਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਉਸ ਤੋਂ ਬਾਅਦ ਕੀ ਹੈ ਕਿ ਸਭ ਤੋਂ ਪਹਿਲੀ ਸੰਸਥਾ ਇਹਨਾਂ ਦੇ ਵਿੱਚ ਕਿਹੜੀ ਹੈ, ਰਾਸ਼ਟਰੀ ਸਵੈ ਸੇਵੀ ਸੰਗਠਨ 1952 ਦੇ ਵਿੱਚ ਇਹ ਜਿਹੜੀ ਹੈਗੀ ਹੈ ਬਣਾਈ ਗਈ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨੈਸ਼ਨਲ ਨੌਨ ਗਵਰਨਮੈਂਟ ਜਿਹੜੀ ਹੈਗਾ ਸੰਗਠਨ ਬਣਾਇਆ ਗਿਆ ਸੀਗਾ, ਠੀਕ ਹੈ ਜੀ। 1952 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਬੱਚਿਆਂ ਦੇ ਹਿੱਤਾਂ ਦੇ ਲਈ ਇਹ ਪ੍ਰੋਗਰਾਮ ਜਿਹੜਾ ਹੈਗਾ ਚਲਾਇਆ ਗਿਆ ਸੀਗਾ। ਕਹਿਣ ਦਾ ਮਤਲਬ ਕਿ ਯਾਰ ਜਿਹੜਾ ਰਾਸ਼ਟਰੀ ਸਵੈ ਸੇਵੀ ਸੰਗਠਨ ਸੀਗਾ, ਉਹ ਬੱਚਿਆਂ ਦੇ ਹਿੱਤ ਦੇ ਲਈ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀ ਉਸਦੀ। ਇਹ ਵਿਸ਼ੇਸ਼ ਤੌਰ 'ਤੇ ਉਹਨਾਂ ਬੱਚਿਆਂ ਦੇ ਲਈ ਜੋ ਬੱਚੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗ ਦੇ ਸੰਬੰਧਿਤ ਹਨ, ਜਿਹੜੇ ਬੱਚੇ ਕੀ ਆ ਭਾਈ ਸਮਾਜਿਕ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਡੀਲ ਕਰਦੇ ਨੇ। ਇਹ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਬੱਚਿਆਂ ਦੇ ਲਈ ਜਿਹੜੀ ਹੈਗੀ ਆ ਬਣਾਈ ਗਈ ਸੀਗੀ। ਤਾਂ ਇਸ ਨੂੰ ਵੀ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਬਣ ਸਕਦਾ ਹੈਗਾ। ਉਸ ਤੋਂ ਬਾਅਦ ਆ ਜੀ ICCW ਅੰਡਰ ਪ੍ਰੋਗਰਾਮ ਕਿਹੜੇ ਨੇ, ਠੀਕ ਹੈ ਨਾ। ICC ਦਾ ਮਤਲਬ ਕੀ ਹੈ ਜੀ, ਇੰਡੀਅਨ ਕਾਉਂਸਲ ਆਫ ਚਿਲਡਰਨ ਵੈਲਫੇਅਰ। ਇੰਡੀਅਨ ਮੈਂ ਲਿਖ ਦਿੰਦਾ ਜੀ, ਕਿਹੜੀ ਇਹਦਾ ਫੁੱਲ ਫਾਰਮ ਕੀ ਹੈ, ਇੰਡੀਅਨ ਕਾਉਂਸਲ ਫॉर चिल्ड्रन वेलफेयर। ठीक है जी, ए दी फुल फॉर्म है, ठीक है। ICCW ਦੀ ਫੁੱਲ ਫਾਰਮ ਕੀ ਹੈ, ਇੰਡੀਅਨ ਕਾਉਂਸਲ ਫॉर चिल्ड्रन विद ਜਿਹੜਾ ਹੈਗਾ ਵੈਲਫੇਅਰ।
ਤਾਂ ਭਾਰਤੀ ਬਾਲ ਕਲਿਆਣ ਪ੍ਰੀਸ਼ਦ, ਜਿਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਭਾਰਤੀ ਬਾਲ ਕਲਿਆਣ ਪ੍ਰੀਸ਼ਦ, ਠੀਕ ਹੈ ਨਾ। ਇਹਦਾ ਪੰਜਾਬੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ ਗਾ ਕਿ ਇਹਨੂੰ ਕੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਕਿ ਭਾਰਤੀ ਬਾਲ ਪ੍ਰੀਸ਼ਦ, ਠੀਕ ਹੈ, ਭਾਰਤੀ ਬਾਲ ਕਲਿਆਣ ਪ੍ਰੀਸ਼ਦ। ਇੱਥੇ ਭਾਰਤੀ ਬਾਲ, ਇੱਥੇ ਲਿਖ ਲਿਓ ਭਾਈ ਕਲਿਆਣ ਪ੍ਰੀਸ਼ਦ ਜਿਹੜਾ ਹੈਗਾ ਉਸ ਦੇ ਦੁਆਰਾ ਸ਼ੁਰੂਆਤ ਜਿਹੜੀ ਹੈਗੀ ਹੈ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ, ਇਸ ਦੀ ਵੀ ਸੰਗਠਨ ਜਿਹੜਾ ਹੈਗਾ ਕੀ ਚੀਜ਼ਾਂ ਹੁੰਦੀਆਂ ਨੇ ਉਹ ਵੀ ਆਪਾਂ ਦੇਖ ਲੈਂਦੇ ਹਾਂ। ਆਂਗਣਵਾੜੀ ਕਾਰਜਕਰਤਾ ਨੂੰ ਟ੍ਰੇਨਿੰਗ ਦੇਣਾ। ਦੇਖੋ ਕਈ ਵਾਰੀ ਜਿਹੜੇ ਆਂਗਣਵਾੜੀ ਵਰਕਰ ਹੁੰਦੇ ਆ ਉਹਨਾਂ ਨੂੰ ਟ੍ਰੇਨਿੰਗ ਕੌਣ ਪ੍ਰੋਵਾਈਡ ਕਰਦਾ ਹੈ, ਤਾਂ ਉਹਨਾਂ ਨੂੰ ਟ੍ਰੇਨਿੰਗ ਕਰਦਾ ਸੀ ICCW ਜਿਹੜਾ ਹੈਗਾ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਦਾ ਹੈ। ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਕਰਨ ਦੇ ਲਈ 3 ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਹੜੇ ਨਵੇਂ ਕਰਮਚਾਰੀ ਜਾਂ ਨਵੇਂ ਆਂਗਣਵਾੜੀ ਵਰਕਰ ਰੱਖੇ ਜਾਂਦੇ ਨੇ ਉਹਨਾਂ ਨੂੰ 3 ਮਹੀਨਿਆਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਕੌਣ ਦਿੰਦਾ ਹੈ? ICCW ਦਿੰਦਾ ਹੈਗਾ। ਅਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਆਂਗਣਵਾੜੀ ਸਟੋਰਾਂ ਵਿੱਚ 21 ਦਿਨਾਂ ਦਾ ਕੋਰਸ ਚਲਾਏ ਜਾਂਦੇ ਹਨ। ਪੁਰਾਣੇ ਕਰਮਚਾਰੀ, ਜਿਹੜੇ ਪੁਰਾਣੇ ਕਰਮਚਾਰੀ ਹੁੰਦੇ ਨੇ ਉਹਨਾਂ ਵਾਸਤੇ 21 ਦਿਨਾਂ ਦੇ ਕੀ ਹੈ, 21 ਦਿਨਾਂ ਦੇ ਲਈ ਜਿਹੜੇ ਹੈਗੇ ਕੋਰਸ ਚਲਾਏ ਜਾਂਦੇ ਨੇ। ਪੁਰਾਣੇ ਕਰਮਚਾਰੀਆਂ ਦੇ ਲਈ ਕੀ ਕੀਤਾ ਜਾਂਦਾ ਹੈਗਾ, 21 ਦਿਨਾਂ ਦੇ ਕੋਰਸ ਚਲਾਏ ਜਾਂਦੇ ਨੇ। ਤਾਂ ਉਹ ਵੀ ਕਿਹਦੇ ਦੁਆਰਾ ਕੋਰਸ ਚਲਾਏ ਜਾਂਦੇ ਨੇ? ICCW ਦੁਆਰਾ ਜਿਹੜੇ ਹੈਗੇ ਆ ਉਹ ਕੋਰਸ ਚਲਾਏ ਜਾਂਦੇ ਨੇ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਬਹੁਤ ਇੰਪੋਰਟੈਂਟ ਬਣ ਸਕਦਾ ਗਾ। ਉਸ ਤੋਂ ਬਾਅਦ ਨੈਕਸਟ ਕੀ ਆਉਂਦਾ ਗਾ, ਸਪਾਤਕ ਪ੍ਰੋਗਰਾਮ ਲਈ ਆਂਗਣਵਾੜੀ ਕਰਮਚਾਰੀਆਂ ਲਈ 1 ਹਫ਼ਤੇ ਜਾਂ 7 ਦਿਨਾਂ ਦੀ ਟ੍ਰੇਨਿੰਗ ਵੀ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ। ਇਹਨਾਂ ਦੁਆਰਾ ਕੀ ਕੀਤੀ ਜਾਂਦੀ ਹੈ ਕਿ ਆਂਗਣਵਾੜੀ ਕਾਰਜਕਰ ਜਿਹੜੇ ਟ੍ਰੇਨਰ ਹੁੰਦੇ ਨੇ ਉਹਨਾਂ ਨੂੰ 7 ਦਿਨ, ਇੱਕ ਹਫ਼ਤੇ ਤੋਂ ਲੈ ਕੇ 7 ਦਿਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਵੀ ICCW ਦੁਆਰਾ ਕਰਵਾਈ ਜਾਂਦੀ ਆ। ਬਾਲ ਸੇਵਿਕਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ ਚਲਾਇਆ ਗਿਆ ਸੀਗਾ, ਅਤੇ ਇਸ ਨੂੰ ਵੀ ਦੇਖ ਲੈਂਦੇ ਹੈਗੇ ਆਪਾਂ। ਬਾਲ ਸੇਵਿਕਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ ਇਹਦੇ ਉੱਪਰ ਬਾਲ ਸੇਵਿਕਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ 1969 ਦੇ ਵਿੱਚ ਜਿਹੜਾ ਹੈਗਾ ਇਸ ਨੂੰ ਸ਼ੁਰੂਆਤ ਕੀਤਾ ਗਿਆ ਸੀ। ਇੱਥੇ ਇੱਕ ਮਿਸਿੰਗ ਹੈ ਜੀ ਵਰਡ, 1969 ਹੈ ਜਿਹੜਾ ਹੈਗਾ ਇਹਦੀ ਸ਼ੁਰੂਆਤ ਕੀਤੀ ਗਈ ਸੀ। ਬਾਲ ਦੇਖਭਾਲ ਦੇ ਲਈ ਕਾਰਜਕਰਤਾ ਨੂੰ ਜ਼ਰੂਰੀ ਨਿਪੁੰਨਤਾ ਪ੍ਰਦਾਨ ਕਰਨਾ ਇਹਨਾਂ ਦਾ ਕੰਮ ਹੁੰਦਾ ਸੀਗਾ। ਟ੍ਰੇਨਿੰਗ ਦੌਰਾਨ ਜਿਹੜਾ ਹੈਗਾ ਟੀਚਿੰਗ ਏਡਸ ਜਿਹੜੀਆਂ ਮਤਲਬ ਕਿ ਏਡਸ ਜਿਹੜੀਆਂ ਹੈਗੀਆਂ ਨੇ ਮਸ਼ਹੂਰੀ, ਆਪਾਂ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਮਸ਼ਹੂਰੀਆਂ ਵਗੈਰਾ ਕਰਨਾ, ਠੀਕ ਆ, ਉਹਨਾਂ ਨੂੰ ਟੀਚਿੰਗ ਐਡ ਵਗੈਰਾ ਇੱਕ ਜਿਹੜਾ ਹੈਗਾ ਸਰਟੀਫਿਕੇਟ ਤਿਆਰ ਕੀਤੀ ਜਾਂਦੀ ਸੀ ਅਤੇ ਬਾਅਦ ਦੇ ਵਿੱਚ ਉਹ ਐਡ ਕਿਟ ਜਿਹੜੀ ਹੈਗੀ ਆ ਬੱਚਿਆਂ ਨੂੰ ਸਮਝਾਈ ਜਾਂਦੀ ਸੀ। ਤਾਂ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਇਹਨਾਂ ਦਾ ਮੁੱਖ ਕੰਮ ਬਣਦੀਆਂ ਸੀਗੀਆਂ। ਬਾਲਵਾੜੀ ਪੋਸ਼ਣ ਪ੍ਰੋਗਰਾਮ 1971 ਦੇ ਵਿੱਚ ਜਿਹੜਾ ਹੈਗਾ ਬਣਾਇਆ ਗਿਆ ਸੀ, ਇਹਦੇ ਵਿੱਚ ਹੀ ਆ ਜਾਂਦਾ ਹੈਗਾ। ਅਤੇ 1970 ਨੂੰ ਜਿਹੜਾ ਹੈਗਾ ਇਹਨੂੰ ਸਥਾਪਿਤ ਕੀਤਾ ਸੀਗਾ। 1970 ਦੇ ਵਿੱਚ ਇਹਦੀ ਨੀਂਹ ਰੱਖੀ ਸੀ ਅਤੇ 1971 ਦੇ ਵਿੱਚ ਇਹਨੂੰ ਜਿਹੜਾ ਹੈਗਾ ਬਣਾ ਦਿੱਤਾ ਗਿਆ ਸੀਗਾ। ਇਹਦੇ ਵਿੱਚ 3 ਤੋਂ ਲੈ ਕੇ 5 ਸਾਲ ਦੇ ਬੱਚਿਆਂ ਨੂੰ ਪੂਰਨ ਪੋਸ਼ਣ ਜਿਹੜਾ ਹੈਗਾ ਕੀਤਾ ਜਾਂਦਾ ਸੀ। ਬੱਚਿਆਂ ਦੇ ਮਨੋਰੰਜਨ ਦੇ ਲਈ ਹੋਰ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ ਪੂਰਾ ਕਰਦੇ ਸੀਗੇ। ਇਸ ਵਿੱਚ ਜਿਹੜੇ ਹੈਗਾ ਬਾਲ ਸੇਵਿਕਾ ਅਤੇ ਇੱਕ ਹੈਲਪਰ ਹੁੰਦਾ ਸੀ। ਇੱਕ ਬਾਲ ਸੇਵਿਕਾ ਜਿਹੜਾ ਹੈਗਾ 40 ਬੱਚਿਆਂ ਨੂੰ ਸੰਭਾਲਦੀ ਸੀ ਅਤੇ 270 ਦਿਨ ਇਹਨਾਂ ਨੂੰ ਰੋਜ਼ 3 ਤੋਂ 4 ਘੰਟੇ ਜਿਹੜੀ ਹੈਗੀ ਆ ਉਹ ਪੜ੍ਹਾਉਂਦੀ ਸੀ। ਇਹ ਇਹਨਾਂ ਦਾ ਮੇਨ ਕੰਮ ਹੁੰਦਾ ਸੀਗਾ। ਠੀਕ ਹੈ ਜੀ, ਇਹਦੇ ਵਿੱਚ ਜ਼ਰੂਰ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਬਹੁਤ ਵਾਰ ਇਹ ਚੀਜ਼ ਪੇਪਰ ਦੇ ਵਿੱਚ ਰਿਪੀਟ ਹੋ ਚੁੱਕੀ ਹੈ। ਉਸ ਤੋਂ ਬਾਅਦ ਹੈ ਕ੍ਰੈਸ਼ ਪ੍ਰੋਗਰਾਮ। ਕ੍ਰੈਸ਼ ਪ੍ਰੋਗਰਾਮ ਕੀ ਹੈ? ਕ੍ਰੈਸ਼ ਪ੍ਰੋਗਰਾਮ ਕੀ ਹੁੰਦਾ ਹੈਗਾ, ਤਾਂ ਕੰਮਕਾਰਜੀ ਮਹਿਲਾਵਾਂ ਅਤੇ ਬਿਮਾਰ ਮਹਿਲਾਵਾਂ ਦੇ ਬੱਚੇ ਆਪਾਂ ਪਹਿਲਾਂ ਵੀ ਕਰਕੇ ਗਏ ਹਾਂ, ਸੇਮ ਹੀ ਚੀਜ਼ ਉਹੀ ਹੈ। 0 ਤੋਂ ਲੈ ਕੇ 5 ਸਾਲ ਦੇ ਬੱਚੇ ਜਿਹੜੇ ਹੈਗੇ ਇਹਦੇ ਵਿੱਚ ਆ ਜਾਂਦੇ ਨੇ। ਪੂਰਨ ਪੋਸ਼ਣ ਅੰਨ ਦੇਣ ਦੇ ਲਈ, ਸਿੱਖਿਆ ਪ੍ਰਦਾਨ ਕਰਨ ਦੇ ਲਈ, ਟੀਕਾਕਰਨ ਦੀ ਦੇਖਭਾਲ ਜਿਹੜੀ ਹੈਗੀ ਹੈ ਇਹਨਾਂ ਦੁਆਰਾ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਬਾਲ ਸੇਵਿਕਾ ਹੁੰਦੀ ਸੀ ਅਤੇ ਜੋ ਕਿ 25 ਬੱਚਿਆਂ ਨੂੰ ਸੰਭਾਲਦੀ ਸੀ। ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਆਪਣੇ ਵਾਸਤੇ ਇੰਪੋਰਟੈਂਟ ਬਣ ਸਕਦੀ ਹੈ ਕਿ ਇੱਕ ਬਾਲ ਸੇਵਿਕਾ 25 ਬੱਚਿਆਂ ਨੂੰ ਸੰਭਾਲਦੀ ਸੀ। ਤਾਂ ਇਸ ਵਿੱਚ ਜਿਹੜੀਆਂ ਹੈਗੀਆਂ ਝੁੱਗੀਆਂ ਝੋਪੜੀਆਂ ਅਤੇ ਹੋਰ ਸਮਾਜ ਦੇ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਆ ਉਹ ਆ ਜਾਂਦੇ ਨੇ, ਉਹਨਾਂ ਦੁਆਰਾ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਆਉਂਦਾ ਹੈਗਾ
ਤਾਂ ਨੈਕਸਟ ਜਿਹੜਾ ਹੁੰਦਾ ਜੀ ECCE, ਸਾਰਾ ਟੌਪਿਕ ਆਪਣਾ ਇਸੇ ਦੇ ਉੱਪਰ ਹੀ ਹੈ। ਪਹਿਲੀ ਗੱਲ ਤਾਂ ਇਹਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ, ECCE ਦੀ ਫੁੱਲ ਫਾਰਮ ਆਪਣੇ ਵਾਸਤੇ ਜ਼ਰੂਰੀ ਯਾਦ ਹੋਣੀ ਚਾਹੀਦੀ ਹੈ, ਕਿਉਂਕਿ ਪੇਪਰ ਦੇ ਵਿੱਚ ਕਈ ਵਾਰੀ ਫੁੱਲ ਫਾਰਮ ਹੀ ਪੁੱਛੀ ਜਾਊਗੀ। ਤਾਂ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ 1986 ਦੇ ਵਿੱਚ ਸ਼ੁਰੂਆਤ ਹੋਈ ਸੀ। 1950 ਵਿੱਚ ਜਿਹੜਾ ਹੈਗਾ ਇਸ ਨੂੰ ਲਾਗੂ ਕੀਤਾ ਗਿਆ ਸੀਗਾ। ਤਾਂ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਸੰਪੂਰਨ ਵਿਕਾਸ ਦੇ ਲਈ ਜਿਹੜਾ ਹੈਗਾ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਪਲਬਧ ਕਰਵਾਉਣਾ, ਇਹ ਕਿਹਦਾ ਕੰਮ ਸੀਗਾ? ECCE ਦਾ ਕੰਮ ਜਿਹੜਾ ਹੈਗਾ ਸੀ। ਬੇਸਹਾਰਾ ਅਤੇ ਬੇਘਰ ਬੱਚਿਆਂ ਨੂੰ ਇਹ ਸੁਵਿਧਾਵਾਂ ਪ੍ਰਦਾਨ ਕਰਦੇ ਸਨ। ਬੱਚਿਆਂ ਦੇ ਕੇਅਰ ਕਰਨ ਦੇ ਲਈ ਜਿਹੜਾ ਹੈਗਾ ਇਹਨਾਂ ਦਾ ਮੁੱਖ ਕੰਮ ਹੁੰਦਾ ਸੀਗਾ। ਇਸ ਵਿੱਚ ਬੱਚਿਆਂ ਦਾ ਮਨੋਰੰਜਨ ਕਰਨਾ ਅਤੇ ਸਿੱਖਿਆ ਪ੍ਰਦਾਨ ਕਰਨਾ ਇਹਨਾਂ ਦਾ ਮੇਨ ਕੰਮ ਜਿਹੜਾ ਹੈਗਾ ਹੁੰਦਾ ਸੀਗਾ। ਇਸ ਵਿੱਚ ਜਿਹੜਾ ਹੈਗਾ 14 ਸਾਲ ਦੇ ਤੋਂ ਲੈ ਕੇ ਜਿਹੜਾ ਹੈਗਾ 30 ਬੱਚਿਆਂ ਨੂੰ ਜਿਹੜੀ ਹੈਗੀ ਆ ਟ੍ਰੇਨਿੰਗ ਦਿੱਤੀ ਜਾਂਦੀ ਸੀ। ਇਹ ਵੀ ਇਹਨਾਂ ਦਾ ਕੰਮ ਹੁੰਦਾ ਸੀ ਕਿ 14 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਟ੍ਰੇਨਿੰਗ ਦਿੱਤੀ ਜਾਂਦੀ ਸੀ, ਅਤੇ 30 ਬੱਚਿਆਂ ਨੂੰ ਜਿਹੜਾ ਹੈਗਾ ਕੰਮ ਕਾਰਨ ਕਰਵਾਇਆ ਜਾਂਦਾ ਸੀਗਾ। ਇਹਨਾਂ ਦੁਆਰਾ ਜਿਹੜਾ ਹੈਗਾ ਵੋਕੇਸ਼ਨਲ ਸਿੱਖਿਆ ਨੂੰ ਵੀ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਗਿਆ। ਵੋਕੇਸ਼ਨਲ ਸਿੱਖਿਆ ਤਾਂ ਉਹ ਵੀ ਜ਼ਰੂਰ ਯਾਦ ਰੱਖਿਓ ਕਿ ਵੋਕੇਸ਼ਨਲ ਸਿੱਖਿਆ ਨੂੰ ਵੀ ਜਿਹੜਾ ਹੈਗਾ ਇਹਨਾਂ ਦੁਆਰਾ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਗਿਆ ਸੀਗਾ। ਤਾਂ ਬਹੁਤ ਜ਼ਰੂਰੀ ਬਣ ਜਾਂਦਾ ਆਪਣੇ ਵਾਸਤੇ ਵੋਕੇਸ਼ਨਲ ਐਜੂਕੇਸ਼ਨ। ਤਾਂ ਵੋਕੇਸ਼ਨਲ ਐਜੂਕੇਸ਼ਨ ਵੀ ਜਿਹੜਾ ਹੈਗਾ ਇਹਨਾਂ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀਗਾ। ਤਾਂ ਨੈਕਸਟ ਕੀ ਆਉਂਦਾ ਹੈਗਾ, ਉਸ ਤੋਂ ਬਾਅਦ ਆਉਂਦਾ ਜੀ ਮੋਬਾਈਲ ਕ੍ਰੈਸ਼। ਮੋਬਾਈਲ ਕ੍ਰੈਸ਼ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਮੋਬਾਈਲ ਕ੍ਰੈਸ਼ ਦੀ ਜਿਹੜੀ ਹੈਗੀ ਆ ਵਰਤੋਂ ਕੀਤੀ ਜਾਂਦੀ ਸੀਗੀ। ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਕਿਸ ਦੁਆਰਾ ਸ਼ੁਰੂਆਤ ਕੀਤੀ ਗਈ ਸੀ, ਕੌਣ ਕੌਣ ਸੀਗੇ, ਕਿਵੇਂ ਕਿਵੇਂ ਸੀਗੇ, ਕਦੋਂ ਕੀਤੀ ਸੀ, ਆਪਾਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖਦੇ ਹਾਂ। ਮੋਬਾਈਲ ਕ੍ਰੈਸ਼ ਕੀ ਹੁੰਦਾ ਹੈਗਾ? ਔਰਤਾਂ ਦੇ ਕੰਮਾਂ ਦੀ ਜੋ ਔਰਤਾਂ ਕੰਮ 'ਤੇ ਜਾਂਦੀਆਂ ਸਨ ਉਹਨਾਂ ਦੇ ਲਈ ਉੱਥੋਂ ਦੇ ਬੱਚਿਆਂ ਨੂੰ ਜਿਹੜੇ ਹੈਗੇ ਨਾਲ ਲੈ ਕੇ ਜਾਂਦੇ ਆ, ਅਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਾਂ ਸਿੱਖਿਆ ਦੇ ਨਾਲ ਜੋੜਨ ਦੇ ਲਈ ਕੀ ਕੀਤਾ ਜਾਂਦਾ ਸੀਗਾ? ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਓਪਨ ਕੀਤਾ ਜਾਂਦਾ ਸੀ। ਹੁੰਦਾ ਕੀ ਹੈ ਕਿ ਕਾਫੀ ਸਾਰੇ ਇੱਦਾਂ ਦੇ ਜਿਹੜੇ ਹੈਗੇ ਆ ਆਪਣੇ ਪੰਜਾਬ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ, ਕਿ ਕਾਫੀ ਸਾਰੇ ਇੱਦਾਂ ਦੇ ਲੋਕ ਨੇ ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਪ੍ਰਾਈਵੇਟ ਲਾ ਲਓ, ਗੌਰਮੈਂਟ ਲਾ ਲਓ, ਠੀਕ ਹੈ ਜੀ। ਤਾਂ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਹੈਗੇ ਸਿੱਖਿਆ ਦੇ ਨਾਲ ਜੋੜਨ ਦੇ ਲਈ, ਠੀਕ ਹੈ। ਹੁਣ ਮੰਨ ਲਓ ਇੱਕ ਫੈਕਟਰੀ ਦੇ ਵਿੱਚ ਉਹਦੇ ਮਾਂ ਪਿਓ ਕੰਮ ਕਰਦੇ ਆ, ਤਾਂ ਉਹਨਾਂ ਦੇ ਇੱਕ ਫੈਕਟਰੀ ਦੇ ਜਿੰਨੇ ਵੀ ਜਿਹੜੇ ਹੈਗੇ ਇੰਪਲਾਏ ਨੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੀ ਕੀਤਾ ਜਾਂਦਾ ਸੀਗਾ? ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਓਪਨ ਕੀਤਾ ਜਾਂਦਾ। ਸਮਝ ਆ ਗਿਆ ਨਾ? ਤਾਂ ਮੋਬਾਈਲ ਕ੍ਰੈਸ਼ ਕੀ ਹੈ ਕਿ ਕਾਫੀ ਸਾਰੇ ਜਿਹੜੇ ਹੈਗੇ ਆ ਬੱਚਿਆਂ ਨੂੰ, ਵਰਕਿੰਗ ਵੂਮੈਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵਰਕਿੰਗ ਵੂਮੈਨ ਜਿਹੜੇ ਹੈਗੇ ਉਹਨਾਂ ਦੇ ਬੱਚੇ ਹੁੰਦੇ ਆ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਓਪਨ ਕੀਤਾ। ਸਮਾਜ ਸੇਵਿਕਾ ਮੀਰਾ ਮਹਾਦੇਵ, ਵੈਰੀ ਵੈਰੀ ਇੰਪੋਰਟੈਂਟ ਬਣਦਾ ਆਪਣੇ ਵਾਸਤੇ। ਸਮਾਜਿਕ ਸੇਵਿਕਾ ਰਹੀ ਹੈ ਮੀਰਾ ਮਹਾਦੇਵ। ਇਸ ਦੁਆਰਾ ਜਿਹੜਾ ਹੈਗਾ ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀਗੀ ਮੋਬਾਈਲ ਕ੍ਰੈਸ਼ ਦੀ, ਕਿ ਇਹਨਾਂ ਦੁਆਰਾ ਕੀਤੀ ਗਈ ਮੋਬਾਈਲ ਕ੍ਰੈਸ਼ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਮੀਰਾ ਮਹਾਦੇਵ ਨੇ ਕੀਤੀ ਸੀ 1970 ਦੇ ਵਿੱਚ। ਮੀਰਾ ਮਹਾਦੇਵ ਨੇ 1970 ਈਸਵੀ ਦੇ ਵਿੱਚ ਮੋਬਾਈਲ ਕ੍ਰੈਸ਼ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਮਹਾਰਾਸ਼ਟਰ ਦੀ ਹੈ। ਮੀਰਾ ਮਹਾਦੇਵ ਕਿੱਥੋਂ ਦੀ ਹੈ? ਮਹਾਰਾਸ਼ਟਰ ਦੀ ਹੈ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਜਿਹੜਾ ਹੈਗਾ ਨਾਮਕ ਦਾ ਸੰਗਠਨ ਚਲਾਇਆ, ਅਤੇ ਇਸ ਵਿੱਚ ਜਿਹੜਾ ਹੈਗਾ ਇਹ ਸੰਗਠਨ ਜਿਹੜਾ ਹੈਗਾ ਇਸ ਵਿੱਚ ਇਹ ਸੀ ਕਿ ਮਜ਼ਦੂਰਾਂ ਮਾਵਾਂ ਜੋ ਕੰਮ ਕਰਦੀਆਂ ਸੀ ਕੰਮ ਕਰਦੀਆਂ ਅਤੇ ਕੋਰਸ ਚਲਾਉਣ ਦਾ ਕੰਮ ਕਰਦੀਆਂ ਨੇ, ਉਹਨਾਂ ਲਈ ਜਿਹੜਾ ਹੈਗਾ 1970 ਦੇ ਵਿੱਚ ਸਮਾਜ ਸੇਵੀ ਸੰਗਠਨ ਦਾ ਜਿਹੜਾ ਹੈਗਾ ਬਣਾਇਆ ਗਿਆ ਸੀਗਾ। ਇਸ ਸੰਗਠਨ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਅਤੇ ਸਫਾਈ ਬਾਰੇ ਜਿਹੜਾ ਹੈਗਾ ਜਾਣਕਾਰੀ ਦਿੱਤੀ ਜਾਂਦੀ ਸੀ। ਕੀ ਕੀਤਾ ਜਾਂਦਾ ਸੀ ਕਿ ਸਿੱਖਿਆ ਅਤੇ ਜਿਹੜੀ ਹੈਗੀ ਹੈ ਸਿੱਖਿਆ ਦੇ ਲਈ ਅਤੇ ਸਫਾਈ ਦੇ ਲਈ ਜਿਹੜੀ ਹੈਗੀ ਹੈ ਮੇਨ ਜਿਹੜੀ ਹੈਗੀ ਆ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਸੀ। ਇਸ ਵਿੱਚ ਜਿਹੜੀ ਹੈਗੀਆਂ 3 ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸੇਵਾਵਾਂ ਹੁੰਦੀਆਂ ਸੀ। ਕਿਹੜੀਆਂ ਸੀ ਆਪਾਂ ਉਹ ਵੀ ਦੇਖ ਲੈਂਦੇ ਹਾਂ। ਤਾਂ 3 ਤਰ੍ਹਾਂ ਦੀਆਂ ਸੇਵਾਵਾਂ ਕਿਹੜੀਆਂ ਜਿਹੜੀਆਂ ਸੀਗੀਆਂ? 0 ਤੋਂ ਲੈ ਕੇ 3 ਸਾਲ ਦੇ ਬੱਚਿਆਂ ਦੇ ਲਈ, 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੇ ਲਈ, ਅਤੇ 6 ਤੋਂ ਲੈ ਕੇ ਜਿਹੜਾ ਹੈਗਾ 12 ਸਾਲ ਦੇ ਬੱਚਿਆਂ ਦੇ ਲਈ ਜਿਹੜੇ ਹੈਗਾ ਮੋਬਾਈਲ ਕ੍ਰੈਸ਼ ਜਿਹੜਾ ਹੈਗਾ ਸ਼ੁਰੂਆਤ ਕੀਤਾ ਜਾਂਦਾ ਸੀਗਾ। ਤਾਂ ਇਸ ਨੂੰ ਜ਼ਰੂਰ ਯਾਦ ਰੱਖਿਓ ਕਿ 3 ਤੋਂ ਲੈ ਕੇ 6 ਸਾਲ ਦੇ, 6 ਤੋਂ ਲੈ ਕੇ 12 ਸਾਲ ਦੇ, ਅਤੇ 0 ਤੋਂ ਲੈ ਕੇ 3 ਸਾਲ ਦੇ, ਇਹ 3 ਵਰਗਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਇਹ ਸੰਸਥਾ ਦਾ ਲਾਭ ਮਿਲਦਾ ਸੀਗਾ। ਅਤੇ ਦੇਵਿਕਾ ਸਿੰਘ ਨੇ ਜਿਹੜੇ ਹੈਗੇ ਇਸ ਸੰਸਥਾ ਦੇ ਕੋ-ਫਾਊਂਡਰ ਸੀ। ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਕੋ-ਫਾਊਂਡਰ ਕੌਣ ਸੀਗਾ ਇਸ ਸੰਸਥਾ ਦਾ,
ਤਾਂ ਕੋ ਫਾਊਂਡਰ ਸੀਗਾ ਜੀ ਦੇਵਿਕਾ ਸਿੰਘ। ਤੇ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਭਾਰਤ ਦਾ SOS ਬਾਲਗ੍ਰਾਮ, ਭਾਰਤ ਦਾ SOS ਬਾਲਗ੍ਰਾਮ ਕਿਹੜਾ ਸੀਗਾ? ਤਾਂ ਇਹਦੀ ਜਿਹੜੀ ਸ਼ੁਰੂਆਤ ਹੈ 1964 ਈਸਵੀ ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਸੋਸ਼ਲ ਜਿਹੜੇ ਹੈਗਾ ਸੋਸਾਇਟੀ ਆਫ ਸੋਸ਼ਲ ਦੇ ਦੁਆਰਾ। ਇਸ ਇੱਦਾਂ ਦੇ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹਨ ਅਤੇ ਉਹਨਾਂ ਦੇ ਬਗੈਰ ਜਿਹੜਾ ਉਹਨਾਂ ਦੇ ਬਿਨਾਂ ਕੀ ਹੈ ਉਹਨਾਂ ਨੂੰ ਰਹਿਣਾ ਜਿਹੜਾ ਹੈਗਾ ਘਰ ਦੇ ਵਿੱਚ ਬੜਾ ਮੁਸ਼ਕਲ ਹੋ ਜਾਂਦਾ ਸੀਗਾ। ਕਹਿਣ ਦਾ ਮਤਲਬ ਕੀ ਹੈ ਕਿ ਇੱਦਾਂ ਦੇ ਲੋਕ ਜਿਨ੍ਹਾਂ ਦੇ ਜਾਂ ਇੱਦਾਂ ਦੇ ਬੱਚੇ ਜਿਨ੍ਹਾਂ ਦੇ ਮਾਪਿਓ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਨਹੀਂ ਰਹਿੰਦੇ, ਜਿਨ੍ਹਾਂ ਦੀ ਕਿਸੇ ਕਾਰਨਾਂ ਕਰਕੇ ਡੈਥ ਹੋ ਚੁੱਕੀ ਹੈ, ਮੌਤ ਹੋ ਚੁੱਕੀ ਹੈ, ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਇਸ ਬੋਰਡ ਦੇ ਨਾਲ ਜਿਹੜਾ ਹੈਗਾ ਜੋੜਿਆ ਜਾਂਦਾ ਸੀਗਾ। ਲੋਕਾਂ ਦੀ ਸਿਹਤ ਬਾਰੇ ਸੁਵਿਧਾਵਾਂ ਪ੍ਰਦਾਨ ਕਰਦਾ ਸੀਗਾ। ਠੀਕ ਹੈ ਜੀ, ਉੱਪਰਲਾ ਆਪਾਂ ਕਿ ਇੱਦਾਂ ਦੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਸਨ ਅਤੇ ਜਾਂ ਬੱਚੇ ਬਗੈਰ ਸਨ ਤਾਂ ਉਹਨਾਂ ਦੇ ਰਹਿਣ ਦੇ ਲਈ ਜਿਹੜਾ ਹੈਗਾ ਘਰ ਦਿੱਤਾ ਜਾਂਦਾ ਸੀ। ਅਤੇ ਇਸ ਘਰ ਦੇ ਵਿੱਚ ਇੱਕ ਔਰਤ ਲਿਆਤੀ ਜਾਂਦੀ ਸੀਗੀ ਇਹਨਾਂ ਬੱਚਿਆਂ ਨੂੰ ਦੇਖਭਾਲ ਕਰਨ ਦੇ ਲਈ। ਦੇਖੋ ਇਹ ਕਾਫੀ ਬੱਚੇ ਜਿਹੜੇ ਹੈਗੇ ਇੱਕ ਪਰਿਵਾਰ ਬਣਾਇਆ ਜਾਂਦਾ ਸੀਗਾ ਉਹਨਾਂ ਦੀ ਦੇਖਭਾਲ ਦੇ ਲਈ, ਉਹਨਾਂ ਦੀ ਮਾਤਾ ਦੀ ਕਮੀ ਨਾ ਜਿਹੜੀ ਹੈਗੀ ਹੈ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜੀ ਹੈਗੀ ਇੱਕ ਔਰਤ ਨੂੰ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਰੱਖਿਆ ਜਾਂਦਾ ਸੀਗਾ। ਤਾਂ ਇਸ ਨੂੰ ਜ਼ਰੂਰ ਯਾਦ ਰੱਖਿਓ, ਬਹੁਤ ਜ਼ਰੂਰੀ ਹੈ ਆਪਣੇ ਵਾਸਤੇ। ਤਾਂ SOS ਜਿਹੜੀ ਬਾਲਗ੍ਰਾਮ ਸੀ ਇਹਨਾਂ ਦੀ ਜਿਹੜੀ ਐਸਟੈਬਲਿਸ਼ਮੈਂਟ ਸੀ ਉਹ ਕਿਹਦੇ ਦੁਆਰਾ ਕੀਤੀ ਗਈ? SOS ਡਾਕਟਰ ਜਿਹੜਾ ਹੈਗਾ ਹਰਮਨ ਜਮੇਨਰ ਦੁਆਰਾ ਜਿਹੜੀ ਹੈਗੀ ਹੈ ਇਹਦੀ ਜਿਹੜੀ ਹੈਗੀ ਐਸਟੈਬਲਿਸ਼ਮੈਂਟ ਕੀਤੀ ਗਈ ਸੀ। ਤਾਂ ਇਹ ਵੀ ਜ਼ਰੂਰ ਯਾਦ ਰੱਖਿਓ, ਇਹਨਾਂ ਦੁਆਰਾ SOS ਦੀ ਪਹਿਲ ਕੀਤੀ ਗਈ। ਅਤੇ 1964 ਈਸਵੀ ਦੇ ਵਿੱਚ ਪਹਿਲਾ ਇਹਨਾਂ ਦਾ ਜਿਹੜਾ ਹੈਗਾ ਦੁਬਾਰਾ ਘਰ ਬਣਾਇਆ ਗਿਆ ਸੀਗਾ ਜਿਸ ਦੇ ਵਿੱਚ ਕੀ ਹੈ 10 ਤੋਂ 12 ਬੱਚਿਆਂ ਨੂੰ ਰੱਖਿਆ ਗਿਆ ਸੀਗਾ। ਤਾਂ SOS ਜਿਹੜਾ ਹੈਗਾ ਇਹਨਾਂ ਦਾ ਜਿਹੜੀ ਹੈਗੀ ਹੈ ਇਹ ਸੰਸਥਾ ਜਿਹੜੀ ਹੈਗੀ ਡਾਕਟਰ ਹਰਮੀ ਨਰ ਦੁਆਰਾ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਗਈ ਸੀ। ਪਹਿਲਾ ਘਰ ਜਿਹੜਾ ਹੈਗਾ 1964 ਦੇ ਵਿੱਚ ਬਣਾਇਆ ਗਿਆ ਸੀਗਾ ਅਤੇ 10 ਤੋਂ 12 ਬੱਚੇ ਜਿਹਦੇ ਵਿੱਚ ਰੱਖੇ ਗਏ ਸੀਗੇ। ਤਾਂ ਅਨਾਥ ਬੱਚਿਆਂ ਨੂੰ ਘਰ ਵਰਗਾ ਮਾਹੌਲ ਦੇਣਾ ਇਸ ਦੇ ਵਿੱਚ ਜਿਹੜਾ ਹੈਗਾ ਉਪਲਬਧ ਹੁੰਦਾ ਸੀਗਾ। ਪੂਰੇ ਭਾਰਤ ਦੇ ਵਿੱਚ ਜਿਹੜਾ ਹੈਗਾ 300 ਸੈਂਟਰ ਜਿਹੜਾ ਹੈਗਾ ਇਹਨਾਂ ਦਾ ਬਣਾਇਆ ਗਿਆ। ਮਾਤਾ ਪਿਤਾ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਜਾਂਦਾ ਸੀ ਇਹਨਾਂ ਸੈਂਟਰਾਂ ਦੇ ਵਿੱਚ। ਤਾਂ ਇਹਨਾਂ ਨੂੰ ਜ਼ਰੂਰ ਯਾਦ ਰੱਖੋ। ਭਾਰਤੀ ਰੈੱਡ ਕਰਾਸ ਸੁਸਾਇਟੀ ਨੂੰ 1920 ਈਸਵੀ ਦੇ ਵਿੱਚ ਸ਼ੁਰੂਆਤ ਕੀਤੀ ਗਈ। ਵੈਰੀ ਇੰਪੋਰਟੈਂਟ ਬਣਦਾ ਹੈ ਭਾਰਤੀ ਰੈੱਡ ਕਰਾਸ ਸੁਸਾਇਟੀ, ਬਹੁਤ ਆਪਣੇ ਵਾਸਤੇ ਇੰਪੋਰਟੈਂਟ ਹੈ। ਕਾਫੀ ਥਾਵਾਂ 'ਤੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ, ਵਰਤੋਂ ਇਹਨਾਂ ਦੀ ਕਰਦੇ ਹਾਂ। ਠੀਕ ਹੈ ਜੀ। ਭਾਰਤ ਦੀ ਲੋਕਾਂ ਦੀ ਸਹਾਇਤਾ ਬਾਰੇ ਜਿਹੜਾ ਹੈਗਾ ਸਹਾਇਤਾ ਅਤੇ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ, ਜਿਵੇਂ ਕਿ ਖੂਨਦਾਨ ਕੈਂਪ ਲਗਾਇਆ ਜਾਂਦਾ। ਇਸ ਦੀਆਂ ਮੁੱਖ ਗਤੀਵਿਧੀਆਂ ਪਾਈਆਂ ਜਾਂਦੀਆਂ ਨੇ। ਅਪੰਗ ਦ੍ਰਿਸ਼ਟੀ ਦੋਸ਼ ਅਤੇ ਸੁਣਨ ਵਾਲੇ ਬੱਚਿਆਂ ਨੂੰ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਨਕਲੂਡ ਕੀਤਾ ਜਾਂਦਾ। ਇਹਦਾ ਮੁੱਖ ਦਫ਼ਤਰ ਜਿਹੜਾ ਹੈਗਾ ਜੀ ਰੈੱਡ ਕਰਾਸ ਸੁਸਾਇਟੀ ਦਾ, ਤਾਂ ਉਹਨੂੰ ਜ਼ਰੂਰ ਲੱਗ ਲਿਓ ਕਿੱਥੇ ਆ ਵੀ ਮੁੰਬਈ ਦੇ ਵਿੱਚ ਹੈ। ਮੁੰਬਈ ਦੇ ਵਿੱਚ ਜਿਹੜਾ ਹੈਗਾ ਭਾਈ ਇਹਦਾ ਮੁੱਖ ਦਫ਼ਤਰ ਹੈ। ਕਿੱਥੇ ਆ ਭਾਈ ਇਹਦਾ ਮੁੱਖ ਦਫ਼ਤਰ? ਮੁੰਬਈ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਮੁੱਖ ਦਫ਼ਤਰ ਹੈ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਹੈ ਜੀ CINI ਚਿਲਡਰਨ ਇਨ ਨੀਡ ਇੰਸਟੀਚਿਊਟ। ਪੱਛਮੀ ਬੰਗਾਲ ਦਾ ਇੱਕ ਸ਼ਹਿਰ ਦੌਲਤਪੁਰ, ਜਿਸ ਵਿੱਚ ਕੀ ਹੈ 1974 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ। ਬੰਗਾਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ। ਦੌਲਤਪੁਰ ਸ਼ਹਿਰ ਸੀਗਾ ਜੋ ਕਿ 1974 ਦੇ ਵਿੱਚ ਇਹਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਗਈ ਸੀਗੀ। ਮੁੱਖ ਉਦੇਸ਼ ਕੀ ਸੀਗਾ ਇਹਦਾ ਕਿ ਬੱਚਿਆਂ ਅਤੇ ਮਹਿਲਾਵਾਂ ਜਾਂ ਮਾਤਾਵਾਂ ਲਈ ਘੱਟੋ ਘੱਟ ਖਰਚੇ 'ਤੇ ਸਿਹਤ ਦੇ ਦੇਖਭਾਲ ਕਰਨਾ ਜਿਹੜਾ ਹੈਗਾ ਇਹਨਾਂ ਦਾ ਮੁੱਖ ਕੰਮ ਸੀਗਾ। ਬਾਲ ਕਰਨ ਜਾਂ ਬਾੜੀ ਕਰਨਾ, ਬੱਚਿਆਂ ਦਾ ਬਗੀਚਾ, ਬੱਚਿਆਂ ਦੇ ਸਾਰੇ ਵਿਕਾਸ ਦੇ ਲਈ ਉਚਿਤ ਵਾਤਾਵਰਨ ਪ੍ਰਦਾਨ ਕਰਨਾ, ਨੈਤਿਕ, ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਜਿਹੜਾ ਇਹਦਾ ਪੂਰਾ ਵਿਕਾਸ ਹੋ ਸਕੇ। ਇਹਨਾਂ ਦਾ ਮੁੱਖ ਦਫ਼ਤਰ ਕਿੱਥੇ ਸੀਗਾ ਭਾਈ? ਮੁੰਬਈ ਦੇ ਵਿੱਚ ਸੀ। ਇਹਨਾਂ ਦਾ ਮੁੱਖ ਦਫ਼ਤਰ ਵੀ ਕਿੱਥੇ ਸੀਗਾ? ਮੁੰਬਈ ਦੇ ਵਿੱਚ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਬਹੁਤ ਅਤੀ ਜ਼ਰੂਰੀ ਆਪਣੇ ਬਾਰੇ ਬਣਦਾ ਹੈਗਾ। ਤਾਂ ਨੈਕਸਟ ਕੀ ਹੈ? ਬਾਲ ਕਲਿਆਣ ਅਤੇ ਅਨੁਸੰਧਾਨ ਪ੍ਰੀਸ਼ਦ ਸਥਾਪਨਾ। ਬਾਲ ਕਲਿਆਣ ਬਿਊਰੋ ਆਫ ਚਾਈਲਡ ਵੈਲਫੇਅਰ ਰਿਸਰਚ, ਇੰਗਲਿਸ਼ ਦੇ ਵਿੱਚ ਜ਼ਰੂਰ ਦੇਖ ਲਿਓ ਕਿ ਬਿਊਰੋ ਆਫ ਚਾਈਲਡ ਵੈਲਫੇਅਰ ਰਿਸਰਚ ਦਾ ਜਿਹੜਾ ਹੈਗਾ ਬਾਲ ਕਲਿਆਣ ਅਤੇ ਅਨੁਸੰਧਾਨ ਦਾ ਪ੍ਰੀਸ਼ਦ ਜਾਂ ਸਥਾਪਨਾ ਜਿਹੜੀ ਹੈਗੀ ਆ
1960 1959 ਦੇ ਵਿੱਚ ਜਿਹੜਾ ਹੋਈ ਸੀ ਯੂਪੀ ਦੇ ਵਿੱਚ। ਕਿੱਥੇ ਹੋਈ ਸੀ? ਉੱਤਰ ਪ੍ਰਦੇਸ਼ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ। ਬੱਚਿਆਂ ਦੇ ਹਿੱਤ ਦੇ ਲਈ ਇਸ ਨੂੰ ਜਿਹੜਾ ਹੈਗਾ ਬਣਾਇਆ ਗਿਆ ਸੀਗਾ। ਤਾਂ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਪਹਿਚਾਣ ਦੇ ਲਈ ਜਾਂ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਜਿਹੜੀ ਹੈਗੀ ਇਹਦੀ ਸ਼ੁਰੂਆਤ ਕੀਤੀ ਗਈ ਸੀ। ਬਾਲ ਕਲਿਆਣ ਯੋਜਨਾਵਾਂ ਤਿਆਰ ਕੀਤੀ ਗਈ ਸੀਗੀ, ਨੀਤੀਆਂ ਨੂੰ ਲਾਗੂ ਕੀਤਾ ਗਿਆ ਸੀਗਾ ਤੇ ਬਾਲ ਕਾਰਜਕਾਰੀ ਟ੍ਰੇਨਿੰਗ ਦੇਣਾ ਇਸ ਨੂੰ ਵੀ ਸ਼ੁਰੂਆਤ ਕੀਤਾ ਗਿਆ ਸੀਗਾ। ਗਲਹਰੀ ਦਾ ਪ੍ਰਕਾਸ਼ਨ ਬਾਲ ਕਲਿਆਣ ਦੁਆਰਾ ਕੀਤਾ ਜਾਂਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਿਊਰੋ ਆਫ ਚਾਈਲਡ ਵੈਲਫੇਅਰ ਰਿਸਰਚ ਦੇ ਵਿੱਚ ਜਿਹੜੀ ਹੈਗੀ ਹੈ ਸ਼ੁਰੂਆਤ ਇਹਨਾਂ ਦੀ ਕੀਤੀ ਗਈ। ਤਾਂ ਇੱਕ ਵਾਰੀ ਜ਼ਰੂਰ ਦੇਖ ਲਿਓ। ਉਸ ਤੋਂ ਬਾਅਦ ਹੈ ਬਾਲ ਪੁਸਤਕ ਟਰਸਟ ਸ਼ੰਕਰ ਦੁਆਰਾ ਜਿਹੜਾ ਹੈਗਾ ਇਸ ਟਰਸਟ ਦੀ ਜਿਹੜੀ ਹੈਗੀ ਹੈ ਨੀਂਹ ਰੱਖੀ ਗਈ ਸੀਗੀ। ਬੱਚਿਆਂ ਨੂੰ ਚੰਗੀ ਪਾਠਕ੍ਰਮ ਉਪਲਬਧ ਕਰਨਾ ਉਹ ਵੀ ਇਹਨਾਂ ਦਾ ਕੀ ਹੁੰਦਾ ਸੀਗਾ, ਮੁੱਖ ਕੰਮ ਹੁੰਦਾ ਸੀ। ਉਸ ਤੋਂ ਬਾਅਦ ਸੀਗਾ ਕਸਤੂਰਬਾ ਗਾਂਧੀ। ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰਸਟ। ਠੀਕ ਹੈ ਜੀ, ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰਸਟ, ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰਸਟ। 1945 ਦੇ ਵਿੱਚ ਇਸ ਨੂੰ ਸਥਾਪਿਤ ਕੀਤਾ ਗਿਆ ਸੀ। ਇਹ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਜਿਹੜਾ ਹੈਗਾ ਕਸਤੂਰਬਾ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ। ਤਾਂ ਵੈਰੀ ਵੈਰੀ ਇੰਪੋਰਟੈਂਟ ਬਣ ਸਕਦਾ ਹੈ, ਆਪਣੇ ਵਾਸਤੇ ਜ਼ਰੂਰ ਯਾਦ ਰੱਖਿਓ ਕਿ 1945 ਦੇ ਵਿੱਚ ਇਸ ਦੇ ਵਿੱਚ ਜਿਹੜੀ ਹੈਗਾ ਕਸਤੂਰਬਾ ਗਾਂਧੀ ਦਾ ਜਿਹੜਾ ਹੈਗਾ ਨੈਸ਼ਨਲ ਮੈਮੋਰੀਅਲ ਟਰਸਟ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀ। ਇਹ ਮੱਧ ਪ੍ਰਦੇਸ਼ ਦੇ ਜਿਹੜੇ ਹੈਗੇ ਇੰਦੌਰ ਜ਼ਿਲ੍ਹੇ ਦੇ ਕਸਤੂਰਬਾ ਪਿੰਡ ਦੇ ਵਿੱਚ ਸ਼ੁਰੂਆਤ ਹੋਈ ਸੀ। ਪੇਂਡੂ ਖੇਤਰ ਦੇ ਵਿੱਚ ਜਿਹੜੇ ਹੈਗੇ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਅਤੇ ਮਹਿਲਾਵਾਂ ਦੀ ਮਦਦ ਕਰਨਾ ਇਹਨਾਂ ਦੀਆਂ ਜਿਹੜੇ ਹੈਗੇ ਮੁੱਖ ਕੋਸ਼ਿਸ਼ ਹੁੰਦੀ ਸੀਗੀ। ਇਸ ਟਰਸਟ ਵਿੱਚ ਜਿਹੜਾ ਹੈਗਾ ਗਰੀਬ ਲੋਕਾਂ ਨੂੰ ਪਸ਼ੂ ਪਾਲਣ ਅਤੇ ਮੱਖੀ ਪਾਲਣ ਆਦਿ ਜਿਹੜਾ ਹੈਗਾ ਕੰਮਾਂ ਬਾਰੇ ਪ੍ਰੇਰਿਤ ਕੀਤਾ ਜਾਂਦਾ ਸੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਨੈਕਸਟ ਕੀ ਹੈ ਕਿ ਨਿਵਾਸੀ ਅਪਰਾਧਾਂ ਵਿਰੁੱਧ ਬੱਚਿਆਂ ਦੀ ਸੁਰੱਖਿਆ ਤੇ ਐਕਟ ਜਿਹੜਾ ਆਇਆ ਸੀ 2012 ਦੇ ਵਿੱਚ। ਇਹ ਐਕਟ ਆਇਆ ਸੀਗਾ, ਕਿਹੜਾ ਸੀਗਾ ਆਪਾਂ ਉਸ ਚੀਜ਼ ਨੂੰ ਦੇਖ ਦਿੰਦੇ ਹਾਂ। ਕਿਹੜਾ ਐਕਟ ਜਿਹੜਾ ਹੈਗਾ ਆਇਆ ਸੀ ਜਿਹਨੂੰ ਆਪਾਂ ਪੈਕਸੋ ਐਕਟ ਦੇ ਨਾਮ ਨਾਲ ਜਾਣਦੇ ਹਾਂ। ਇੱਥੇ ਮੈਂ ਲਿਖ ਦਿੰਦਾ ਹੈ ਪੈਕਸੋ ਐਕਟ। ਪੈਸਕੋ ਐਕਟ ਜਿਹੜਾ ਹੈਗਾ ਸੀਗਾ, ਠੀਕ ਹੈ ਨਾ। ਪ੍ਰੋਟੈਕਸ਼ਨ ਆਫ ਚਾਈਲਡ ਫਰੋਮ ਸੈਕਸ਼ੂਅਲ ਆਫੈਂਸ। ਇੰਗਲਿਸ਼ ਦੇ ਵਿੱਚ ਲਿਖ ਲਓ ਜੀ, ਪ੍ਰੋਟੈਕਸ਼ਨ ਆਫ ਚਾਈਲਡ ਫਰੋਮ ਸੈਕਸ਼ੂਅਲ ਆਫੈਂਸ। ਜਿਹੜਾ ਹੈਗਾ ਐਕਟ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ ਸੀ। ਇਸ ਐਕਟ ਦੀ ਸ਼ੁਰੂਆਤ ਜਿਹੜੀ ਹੈਗੀ ਹੈ 22 ਮਈ 2012 ਨੂੰ ਇਸ ਨੂੰ ਜਿਹੜਾ ਹੈਗਾ ਸ਼ੁਰੂਆਤ ਕੀਤਾ ਗਿਆ ਸੀਗਾ। ਤਾਂ ਪਹਿਲਾ ਐਕਟ ਜਿਹੜਾ ਹੈਗਾ ਸੰਸਦ ਦੇ ਵਿੱਚ ਜਿਹੜਾ ਹੈਗਾ 22 ਮਈ 2012 ਨੂੰ ਪੇਸ਼ ਕੀਤਾ ਗਿਆ ਤੇ ਇਸ ਐਕਟ ਨੂੰ 14 ਨਵੰਬਰ 2012 ਨੂੰ ਇਹ ਐਕਟ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉੱਭਰ ਕੇ ਲਾਗੂ ਹੋਇਆ। 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਹੈਗਾ ਸੁਰੱਖਿਅਤ ਪ੍ਰਦਾਨ ਕਰਨਾ ਇਸ ਐਕਟ ਦਾ ਮੁੱਖ ਕੰਮ ਹੁੰਦਾ ਸੀ। ਇਸ ਨੂੰ ਲਾਗੂ ਜਿਹੜਾ ਹੈਗਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਜਿਹੜਾ ਹੈਗਾ ਲਾਗੂ ਕੀਤਾ ਗਿਆ ਸੀਗਾ। ਮਹਿਲਾ ਬਾਲ ਵਿਕਾਸ ਮੰਤਰਾਲੇ ਦੁਆਰਾ ਜਿਹੜਾ ਹੈਗਾ ਲਾਗੂ ਕੀਤਾ ਗਿਆ ਸੀ। ਮਹਿਲਾ ਬਾਲ ਵਿਕਾਸ ਮੰਤਰਾਲੇ ਦੀ ਜਿਹੜਾ ਹੈਗਾ ਮੰਤਰੀ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜਿਹਦੇ ਜ਼ਿਆਦਾ ਕਿ ਕਿਹੜਾ ਜਿਹੜਾ ਹੈਗਾ ਮੰਤਰੀ ਸਪੈਸ਼ਲ ਕਾਨੂੰਨ ਬਣਾ ਦਿੱਤਾ ਗਿਆ ਜੀ ਇਸ ਨੂੰ। ਠੀਕ ਹੈ ਜੀ, ਜੇਕਰ ਕੋਈ ਵੀ ਰਿਪੋਰਟ 24 ਘੰਟਿਆਂ ਦੇ ਅੰਦਰ ਬਾਲ ਭਲਾਈ ਕਮੇਟੀ ਦੇ ਵਿੱਚ ਭੇਜਣੀ ਲਾਜ਼ਮੀ ਹੁੰਦੀ ਹੈ। ਕੋਈ ਵੀ ਇੱਦਾਂ ਦੀ ਰਿਪੋਰਟ ਜਿਹਦੇ ਕਾਰਨ ਬੱਚੇ ਨੂੰ ਕੋਈ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ, ਜੇਕਰ ਉਹਨਾਂ ਨੂੰ ਜਿਹੜੀ ਹੈਗੀ ਹੈ ਭੇਜਣੀ ਜਿਹੜੀ ਹੈਗੀ ਹੈ ਉਹ ਰਿਪੋਰਟ ਬਹੁਤ ਹੀ ਜ਼ਰੂਰੀ ਹੁੰਦੀ ਹੈ, ਕਿਉਂਕਿ ਹਰ ਇੱਕ ਚੀਜ਼ ਜਿਹੜਾ ਹੈਗਾ ਇੱਕ ਕਾਨੂੰਨ ਦੇ ਦਾਇਰੇ ਦੇ ਉੱਪਰ ਘੁੰਮਦੀ ਹੁੰਦੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਹੁੰਦੀਆਂ ਨੇ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਾਨੂੰਨ ਦੇ ਪ੍ਰਤੀ ਜ਼ਰੂਰੀ ਹੁੰਦੀਆਂ ਨੇ, ਜਿਹੜੀਆਂ ਕਿ ਭੇਜਣੀਆਂ ਲਾਜ਼ਮੀ ਹੁੰਦੀਆਂ ਨੇ। ਤਾਂ ਇੱਥੋਂ ਤੱਕ ਜਿਹੜਾ ਆਪਣਾ ਟੌਪਿਕ ਰਿਹਾ ਸੀਗਾ। ਕਲਾਸ ਤੀਜੀ ਸੀਗੀ, ਪੰਜਵੀਂ ਸੀਗੀ। ਤਾਂ ਕੋਈ ਵੀ ਡਾਊਟ ਹੋਵੇ, ਕੋਈ ਵੀ ਇਸ਼ੂ ਹੋਵੇ ਤਾਂ ਤੁਸੀਂ ਜਿਹੜਾ ਹੈਗਾ ਜ਼ਰੂਰ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ। ਸਾਡੇ ਅਕੈਡਮੀ ਦੇ ਜਿਹੜੇ ਹੈਗੇ ਨੰਬਰ ਦਿੱਤੇ ਹੋਏ ਨੇ। ਜੇ ਤੁਹਾਨੂੰ ਕੋਈ ਨੋਟਸ ਚਾਹੀਦੇ ਨੇ, ਇਸ ਅਕੈਡਮੀ ਦਾ ਨੰਬਰ WhatsApp ਹੈ, ਉਸ ਦੇ ਉੱਪਰ ਮੈਸੇਜ ਕਰ ਸਕਦੇ ਹੋ ਅਤੇ ਆਪਣੇ ਜਿਹੜੇ ਹੈਗੇ ਨੋਟਸ ਪ੍ਰੋਵਾਈਡ ਕਰ ਸਕਦੇ ਹੋ। ਪੰਜਾਬੀ ਦੇ ਵਿੱਚ ਜਿਹੜੇ ਹੈਗਾ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤੁਹਾਨੂੰ ਦੋਨਾਂ ਦੇ ਵਿੱਚ ਨੋਟਸ ਪ੍ਰੋਵਾਈਡ ਕਰਵਾਏ ਜਾਣਗੇ। ਤਾਂ ਜ਼ਰੂਰ ਜਿਹੜਾ ਹੈਗਾ ਤੁਸੀਂ ਨੋਟਸ ਜਿਹੜਾ ਹੈਗਾ ਲੈ ਸਕਦੇ ਹੋ। ਅਤੇ ਕੋਈ ਵੀ ਇਸ਼ੂ ਹੋਵੇ ਜਾਂ ਕੋਈ ਵੀ ਇਨਕੁਆਇਰੀ ਹੋਵੇ ਤੁਹਾਡੀ ਤਾਂ ਇਸ ਨੰਬਰ 'ਤੇ ਜਿਹੜਾ ਹੈਗਾ ਕਲੀਅਰ ਕਰ ਸਕਦੇ ਹੋ। ਤਾਂ ਇੱਕ ਤੁਹਾਨੂੰ ਹੰਬਲ ਰਿਕੁਐਸਟ ਹੋਰ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਵੀਡੀਓ ਨੂੰ ਸ਼ੇਅਰ ਕਰਿਓ। ਠੀਕ ਹੈ ਜੀ, ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ।
ਠੀਕ ਹੈ, ਤਾਂ ਕਰਕੇ ਜਿਹੜੀਆਂ ਹੈਗੀਆਂ ਨਵੀਆਂ ਵੀਡੀਓ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣੇ। ਓਕੇ ਜੀ, ਥੈਂਕ ਯੂ।